ਡੰਡੋਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਵਾਸ। ਮੂਹ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਮਾਤਾ ਗੰਗਾ ਜੀ। ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ 'ਚ ਪਵਿੱਤਰ ਤੀਰਥ ਤਰਨ ਤਾਰਨ। ਇਹ ਸ਼ਹਿਰ ਦਾ ਨਾਮ ਮਹਾਰਾਜ ਨੇ ਰੱਖਿਆ ਤੇ ਦਰਬਾਰ ਸਾਹਿਬ ਔਰ ਪਵਿੱਤਰ ਸਰੋਵਰ ਸਾਹਿਬ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਜਿੱਥੇ ਸ਼ਹਿਰ ਵਸਾਇਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਤਾਰਪੁਰ ਸਾਹਿਬ, ਅੱਜ ਉਹ ਪਾਕਿਸਤਾਨ 'ਚ ਰਹਿ ਗਿਆ, ਉੱਥੇ ਮਹਾਰਾਜ ਨੇ 18 ਸਾਲ ਖੇਤੀ ਕੀਤੀ, ਲੰਗਰ ਚਲਾਏ, ਧਰਮਸ਼ਾਲਾ ਬਣਾਈ, ਸਿੱਖੀ ਦੀ ਪਰਖ ਕੀਤੀ। ਪਰਖ ਦੇ ਵਿੱਚ ਭਾਈ ਲਹਿਣਾ ਜੀ ਪੂਰੇ ਉਤਰੇ। ਆਪਣੇ ਅੰਗ ਹਿਰਦੇ ਨਾਲ ਲਾ ਕੇ ਉਹਨਾਂ ਦਾ ਨਾਂ ਰੱਖਿਆ ਸ਼੍ਰੀ ਗੁਰੂ ਅੰਗਦ ਸਾਹਿਬ ਜੀ। ਫਿਰ ਉਹਨਾਂ ਨੂੰ ਹੁਕਮ ਕਰਤਾ ਵੀ ਤੁਸੀਂ ਹੁਣ ਖਡੂਰ ਸਾਹਿਬ ਜਾਓ। ਫਿਰ ਮਹਾਰਾਜ ਨੇ ਖਡੂਰ ਸਾਹਿਬ ਆ ਕੇ ਫੇਰ ਵਸਾਇਆ। ਫੇਰ ਆਣ ਸਤਿਗੁਰ ਖਾੜੂ, ਖੰਡਰ ਹੋਇਆ ਸ਼ਹਿਰ, ਵਸਾਇਆ ਮਹਾਰਾਜ ਨੇ। ਤੇ ਧੰਨ ਗੁਰੂ ਅਮਰਦਾਸ ਸਾਹਿਬ ਇਹ ਜਿਹਾ ਗੋਂਦਵਾ ਲਿਆ, ਇਹਨੂੰ ਜਿਹੜੀਆਂ ਬਾਦਰੂਹਾਂ ਉਜਾੜ ਦਿੰਦੀਆਂ ਸੀ। ਫਿਰ ਗੋਂਦੇ ਦਰਬਾਰੇ ਨੇ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਬੇਨਤੀ ਕੀਤੀ। ਮਹਾਰਾਜ ਨੇ ਫਿਰ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਲਈ, ਜਾਂ ਸੋਟੀ ਲੈ ਲਓ ਤੇ 4 ਫੇਰੇ ਲਕੀਰ ਫੇਰ ਦਿਓ, ਮੋੜੀ ਕੱਢੋ। ਉਹਨਾਂ ਨੇ ਫਿਰ ਇਹ ਸ਼੍ਰੀ ਗੋਇੰਦਵਾਲ ਸਾਹਿਬ ਵਸਾਇਆ। ਗੋਇੰਦਵਾਲ ਗੋਬਿੰਦਪੁਰੀ। ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ, ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਟੱਪ ਲਾਇਆ। ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ, ਪਹਿਲੇ ਦਾ ਨਾਮ ਹੈ ਗੁਰੂ ਕਾ ਚੱਕ, ਰਾਮਦਾਸਪੁਰ ਵੀ। ਫਿਰ ਜ਼ਿਲ੍ਹੇ ਧੰਨ ਗੁਰੂ ਅਰਜਨ ਸਾਹਿਬ ਨੇ ਅੰਮ੍ਰਿਤ ਸਰੋਵਰ ਦਰਬਾਰ ਸਾਹਿਬ ਮਹਾਰਾਜ ਪ੍ਰਕਾਸ਼ ਕੀਤੇ। ਫਿਰ ਨਾਂ ਰੱਖਤਾ ਸ੍ਰੀ ਅੰਮ੍ਰਿਤਸਰ ਸਾਹਿਬ। ਅੰਮ੍ਰਿਤਸਰ ਸਿਫਤੀ ਦਾ ਘਰ, ਸਿਫਤੀ ਦਾ ਘਰ ਬਣਾਤਾ। ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਤੇ ਸਦਾ ਵਾਸਤੇ। ਫਿਰ 6ਵੇਂ ਪਾਤਸ਼ਾਹ ਨੇ ਨਾਲੇ ਅਕਾਲ ਤਖ਼ਤ ਸਾਹਿਬ ਰਚਨਾ ਕੀਤੀ ਔਰ ਮਹਾਰਾਜ ਦੇ ਅਵਤਾਰ ਕਰਕੇ ਬਡਾਲੀ ਸਾਹਿਬ, ਛਰਟਾ ਸਾਹਿਬ ਇਹ ਨਗਰ ਵਸ ਗਿਆ। ਫਿਰ 6ਵੇਂ ਪਾਤਸ਼ਾਹ ਨੇ ਗੁਰੂ ਸਰ ਮਹਾਰਾਜ ਤੇ ਹਰਗੋਬਿੰਦਪੁਰ। 5ਵੇਂ ਪਾਤਸ਼ਾਹ ਨੇ ਕਰਤਾਰਪੁਰ ਦੁਆਬੇ 'ਚ ਵਸਾਇਆ। ਤੇ ਮਹਾਰਾਜ ਨੇ ਹਰਗੋਬਿੰਦਪੁਰ ਬਿਆਸ ਦਰਿਆ ਦੇ ਕਿਨਾਰੇ। ਤੇ ਇਹ 6ਵੇਂ ਪਾਤਸ਼ਾਹ ਦੇ ਹੁਕਮ ਨਾਲ ਬਾਬਾ ਗੁਰਦਿੱਤਾ ਸਾਹਿਬ, ਕੀਰਤਪੁਰ ਸਾਹਿਬ 7ਵੇਂ ਤੇ 8ਵੇਂ ਨੇ ਵੀ ਕਿਰਪਾ ਕੀਤੀ।
फिर 9वें पातशाह ने श्री आनंदपुर साहब, तो वह नाम रखिया नानकी चक अपनी माता के नाम से, जिसका नाम 10वें पातशाह ने फिर खालसा साजिया तो आनंद के चोज वरताए, इसका नाम रखता श्री आनंदपुर साहब। फिर महाराज ने देख लो दमदमा साहब, साबो की तलवंडी, तो पहले इसका नाम साबो की तलवंडी, तो महाराज ने उत्थे दमदमा कायम करता। तो हजूर साहब 9 नंदा की जगह इत्थे नाम रखिया अबचल नगर गोबिंद गुरु का, अबचल नगर आता सचखंड। तो जोत जड़ी सी आरंभ हुई ननकाना साहब रायभोजी तलवंडी 1469 महाराज का अवतार होया पहली पातशाही जी का। तो 10वें ने 1708 हजूर साहब ज्योति जोत समाए। 10 गुरुओं ने 239 साल लाए ये सिक्खी का बूटा प्रफुल्लित करने वास्ते। पहला तो सिख बनाया ना, फिर 10वें पातशाह ने सिंह सजाया, सिख तो सफ़र आरंभ करके सिंह ते संपूर्ण किया। फिर सिंह का नाम केसाधारी खालसा बना के अमृत छका के इसका नाम रखा खालसा। हुण अजकल अपना नाम कई तखालस रख लेंगे खालसा, पर खालसा बनना बड़ा औखा। खालस जागत जोत जपै निस्वासर, जागत जोत का पुजारी बना। एक बिना मन नैक ना, एक तो बिना दूए नूं मन च न लियाए, एक अकाल पुरख का पुजारी बने। तो जिहड़ा 10 औगुणां नूं त्यागे ते 10 गुणां नूं ग्रहण करे ਉਹਦਾ नाम है खालसा। नाम रखना नहीं खालसा बनना। 10 औगण 5 तो काम क्रोध अहंकार हो गए, फिर आसा तृष्णा ममता ईर्खा नफरत घिरना, ये जिहड़े औगण ये सारे त्यागे, इन्हां नाल होर भी जानना। फिर सत संतोख दया धर्म धीरज विवेक, ये करना मैत्री मुदता ते अपेक्षा। 10 गुणां दे धारण वाला होवे ते 10 औगुणां नूं त्यागण वाला होवे, उहदा नाम है खालसा। खालस खालसा तां इन खालसियां ने बिल्कुल शुद्ध। ते महाराज ने उहदा नाम निर्मल रखिया सी। मारिया सिक्का जगत विच नानक निर्मल पंथ चलाया, ते महाराज ने उहदा नाम रखता खालसा पंथ। बोली का फर्क है, अर्थ एक कोई है। निर्मल अपनी बोली का ते खालसा फारसी अरबी का अर्थ एक कोई है, अर्थ च नहीं फर्क। कि खालसा तां ही बनेगा ना। ते हुण तां असीं दे लो भी केस दाड़ी रखने लिए तैयार नहीं, फिर नशे ते होर आ जिहड़े मादक खाने खुने जाया इन्हां नूं छड्डण नूं तैयार नहीं। क्योंकि खालसा बनने लई अपना आहार भी शुद्ध करना ते विहार भी शुद्ध करना, ते फिर अपना आचार चाल चलन भी शुद्ध करना। क्यों जे आहार गलत आ तो वह विहार सही नहीं हो। जिहड़ा नशे वरतदा वह विहार तुसीं देख लो सही होगा। वो पैसे नूं नशियां वास्ते इधर चोरी चकारी कई तो मारे नमाले ला के बेच देंगे। घंटी हथ आ गई वो चक के लगा गुरुद्वारे उत्थे किसी का मोबाइल कढ़ लिया, किसी का बैग चुक लिया। 14 आए जो मसिया आए भीड़ भड़के दे नशे पूरे करने लिए बंदा किहड़ा पाप है जिहड़ा नहीं करता।
इस वास्ते आहार, क्योंकि ग्रंथां 'च लिखिया आहार शुद्धो सत विशुद्धा सत विशुद्धो तुरवा सिमरता। कहते जिहदा भोजन शुद्ध है ना, ਉਹਦਾ ਅੰਤਿਸ਼ਕਰਨ ਸ਼ੁੱਧ ਹੈ। ਜਿਹਦਾ ਅੰਤਿਸ਼ਕਰਨ ਸ਼ੁੱਧ ਆ ਉਹਦਾ ਮਨ ਸ਼ੁੱਧ ਹੈ। ਜਿਹਦਾ ਮਨ ਸ਼ੁੱਧ ਆ ਉਹਦੀ ਬੁੱਧੀ ਸ਼ੁੱਧ ਹੈ। ਅਤੇ ਜਿਹਦੀ ਬੁੱਧੀ ਸ਼ੁੱਧ ਆ ਉਹ ਹੀ ਸਿੱਖੀ ਧਾਰੂਗਾ। ਅਤੇ ਜਿਹਦੀ ਬੁੱਧੀ ਦੇ ਵਿੱਚ ਕੋਈ ਫਰਕ ਆ, ਪਹਿਲਾਂ ਤੋਂ ਇੱਧਰ ਆਉਣਾ ਹੀ ਨਹੀਂ, ਫਿਰ ਸਿੱਖੀ ਧਾਰਨ ਤੋਂ ਬਹੁਤ ਦੂਰ ਦੀ ਗੱਲ ਹੈ। ਬੁੱਧੀ ਸ਼ੁੱਧ ਕਰਨ ਵਾਸਤੇ जैसा अन्न तैसा मन, जैसा पानी तैसी बाणी। उन्हें कौड़ा पानी है शराब का पी लिया, फिर मिठा थोड़ी बोलिया, ये तो गलत ही बोलिया। ਇਹਦਾ ਨਾਂ ਹੈ ਸ਼ਰਮ ਨੇ ਸ਼ਰਾਰਤ ਆਪ ਮੈਨੇ ਪਾਣੀ, ਫਾਰਸੀ ਦਾ ਅਖਰ ਹੈ ਸ਼ਰਾਰਤ ਦਾ ਪਾਣੀ। ਇੱਕ ਰਾਜੇ ਨੇ ਇੱਕ ਕਿਲਾ ਬਣਾਇਆ, ਉਹਦੇ 84 ਦਰਵਾਜ਼ੇ ਸੀ, बाकी बंद सी 4 दरवाजियां च ना। एक च शराब रखती, एक च मीट रात, एक च अपने बेसवा, एक च जुआ। कहते भी जड़ा इन्हां चौहां चों बच के निकलूगा ना, कि मेरा पुत नहीं, उन्होंने अपना पुत बना के जो राजगद्दी ते बहाल देना। इस गल बड़े जान कि राजगद्दी मिलती, जड़ा जाए लै भी शराब पी है, किकर दा साकिया गुड़िया पानी है, उमें भी किकर दी दातन करे ही लईदी है, गुड़ भी खा लईदा, पानी भी पी लईदा। ਇਹਦੇ 'ਚ ਕੀ ਹੈ? पर हुण जिल्लै ਉਹਨੂੰ बॉयल ਕੀਤਾ तो फिर वो जहर बन गई। गुड़ भी ठीक सी, पानी भी ठीक सी, सक भी ठीक सी। हुण जिवें दही कितना पवित्र पदार्थ है, शहद कितना पवित्र है, दोनों इक्को जिहा रला दिओ तो जहर बन जाती है। घ्यो कितना पवित्र है, घ्यो तो शहद इक्को जिहा रला दिओ ना, जहर बन जाती। जहर जे खाना होवे जां तां घी वध होवे ਜਾਂ ਸ਼ਹਿਦ ਵੱਧ ਹੋਵੇ, ਦੋਵੇਂ ਇੱਕੋ ਜਿਹਾ ਨਾ ਰਲਾਵੇ। ਇੱਕੋ ਜਿਹਾ ਰਲ ਗਿਆ ਜ਼ਹਿਰ ਬਣ ਗਈ। ਹੁਣ ਸ਼ਹਿਦ ਵੀ ਹਲੋ ਅੰਮ੍ਰਿਤ ਕਿੰਨੀ ਪਵਿੱਤਰ ਚੀਜ਼ ਹੈ। ਆ ਜਿਹੜੇ ਬੜੇ ਬੜੇ ਬੇਕੀ ਕਹਾਉਂਦੇ ਵੀ ਖਾਂਦੇ ਆ, ਦਵਾਈਆਂ ਸਾਰੀਆਂ ਹੀ ਵਰਤਦੇ ਸ਼ਹਿਦ। ਅਤੇ ਫਿਰ ਦੇ ਲਓ ਘਿਓ ਵੀ ਕਿੰਨੀ ਚੰਗੀ ਚੀਜ਼ ਹੈ। ਪਰ ਜਿਹੜੇ ਦੋਏ ਇੱਕੋ ਜਿਹਾ ਬਣ ਗਿਆ ਫਿਰ ਜ਼ਹਿਰ ਬਣ ਗਿਆ। ਪਦਾਰਥ ਪਵਿੱਤਰ ਸੀ, ਪਰ ਉਹਨਾਂ ਦਾ ਜਿਹੜਾ ਇੱਕੋ ਜਿਹੀ ਮਕਦਾਰ ਸੀ, ਉਹਨੂੰ ਉਹਨਾਂ ਦੇ ਵਿੱਚ ਰਿਐਕਸ਼ਨ ਪੈਦਾ ਕਰਤਾ। ਇਸ ਤਰ੍ਹਾਂ ਸੱਕ ਜਿਹੜਾ ਸੀ ਠੀਕ ਸੀਗਾ, ਗੁੜ ਵੀ ਠੀਕ ਸੀ, ਪਾਣੀ ਵੀ। ਜਿਹੜੇ ਤਿੰਨਾਂ ਨੂੰ ਬੋਇਲ ਕੀਤਾ, ਉਹ ਫਿਰ ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਤੇ ਖਸਮੋਂ ਧੱਕੇ ਖਾਏ। ਧੱਕੇ ਖਾਂਦਾ। ਹੁਣ ਅੱਧੀ ਅੱਧੀ ਰਾਤ ਘਰ ਨਹੀਂ ਵੜਦੇ, ਉਹ ਬੀਬੀਆਂ ਵੀ ਅੱਕ ਜਾਂਦੀਆਂ। ਉਹ ਕਹਿੰਦੇ ਤੈਂ ਤਾਂ ਮਰਨੇ ਸੌਣਾ ਨਹੀਂ, ਅਤੇ ਸਾਨੂੰ ਵੀ ਨਹੀਂ ਸੌਣ ਦਿੰਦਾ। ਹੁਣ ਦਫਾ ਹੁੰਦਾ ਜਿੱਥੇ ਉੱਥੇ ਪਿਆ ਰਹਿੰਦਾ। ਇਹ ਇਹੋ ਜਿਹਾ ਮਿਲਦਾ, ਕਲਾ ਕਲੇਸ਼ ਪੈਦਾ ਹੁੰਦੇ ਕਿ ਨਹੀਂ। ਅਤੇ ਪੈਸੇ ਦਾ ਵੀ, ਸਿਹਤ ਦਾ ਵੀ ਨੁਕਸਾਨ, ਸਾਰੀ ਤਰ੍ਹਾਂ ਹੀ ਬੁਰਾ ਹੀ ਬੁਰਾ, ਚੰਗਾ ਤਾਂ ਹੈ ਹੀ। ਹੁਣ ਉੱਥੇ ਖਡੂਰ ਸਾਹਿਬ ਚੌਧਰੀ ਹੁੰਦਾ ਸੀ, ਉਹਨੂੰ ਮਿਰਗੀ ਪੈਂਦੀ ਸੀ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਕਹਿੰਦਾ, ਮਹਾਰਾਜ ਕਿੰਨੀ ਦੁਨੀਆ ਰਾਜੀ ਹੋ ਜਾਂਦੀ ਹੈ ਕਿ ਮੈਂ ਪਿੰਡ ਦਾ ਚੌਧਰੀ, ਮੇਰੇ 'ਤੇ ਕਿਰਪਾ ਨਹੀਂ ਕਰਦੇ। ਰੋਜ਼ ਬੇਨਤੀ ਕਰਦੇ। ਮਹਾਰਾਜ ਕਹਿੰਦੇ ਚੰਗਾ ਫਿਰ ਸ਼ਰਾਬ ਛੱਡ ਦੇ, ਮਿਰਗੀ ਹਟਾ ਦਿੰਦੇ ਤੇਰੀ। ਉੱਥੇ 7 ਵਚਨ ਕਰਿਆ, ਜਿਵੇਂ ਅੱਜ ਮਾੜੀ ਜਿਹੀ ਠੰਡ ਜਿਹੀ ਆ, ਬਸ ਉਹ ਜੁੰਡਲੀ ਦੇ ਆ ਗਏ, ਚੌਧਰੀ ਸਾਹਿਬ ਲਿਆਓ, ਮੂੰਹ ਚੁਰਚਰਾ ਕਰੀਏ ਪੀਏ, ਠੰਡ ਆ। ਉਹ ਪਹਿਲਾਂ ਤਾਂ ਕਰਦਾ ਰਿਹਾ, ਉਹ ਦੋਆਂ ਨੇ ਜੀ ਚੱਕ ਦਿੱਤਾ। ਕਹਿੰਦੇ ਲੈ, ਗੁਰੂਆਂ ਦੇ ਮਗਰ, ਸਾਧਾਂ ਦੇ ਮਗਰ ਲੱਗ ਕੇ ਆਪਣਾ ਗੁਜ਼ਾਰਾ ਹੁੰਦਾ ਹੈ ਚੌਧਰੀ ਜੀ। ਬਸ ਪ੍ਰੇਰ ਲਿਆ ਅਤੇ ਪੀ ਲਈ। ਜਿਹੜੇ ਪੀ ਲਈ ਦੀ ਬੁੱਧੀ ਹੋ ਗਈ ਭ੍ਰਿਸ਼ਟ,
ਉੱਥੇ ਬੈਠਾ ਅਟਾਰੀ 'ਚ, ਅਤੇ ਮਹਾਰਾਜ ਥੱਲੇ ਦਰਬਾਰ ਹੁੰਦਾ ਸੀ, ਦੀਵਾਨ 'ਚ ਬੈਠੇ, ਅਤੇ ਫਿਰ ਬੋਲੀ ਵੀ ਵਿਗੜ ਜਾਂਦੀ ਨਾ। ਕਹਿੰਦਾ ਅੰਗ ਦਾ ਪੀ ਲਈ ਆ ਮਹਾਰਾਜ, ਫੇਰ ਖਿਮਾ ਜਰਾ, ਫੇਰ ਦੂਈ ਤੀਜੀ, ਅਤੇ ਜਿਹੜੇ ਨਾ ਹੀ ਟਲਿਆ ਮਹਾਰਾਜ ਕਹਿੰਦੇ ਚੰਗਾ ਫਿਰ ਮਿਰਗੀ ਵੀ ਆ ਗਈ ਆ। ਜਿਹੜੇ ਦੌਰਾ ਪਿਆ ਥੱਲੇ ਡਿੱਗਿਆ, ਧੌਣ ਵਰ ਨਾਲ ਹੀ ਮਣਕਾ ਟੁੱਟ ਗਿਆ, ਹਰੀਹਰ ਹੋ ਗਈ। ਕਹਿੰਦੇ ਮਿਰਗੀ ਤਾਂ ਹੀ ਬਣੀ ਹੋ ਸੀ ਨਾ, ਇਹ ਵੀ ਆ ਗਈ ਆ, ਫਿਰ ਆ ਰਹੀ ਆ, ਤੇ ਬੋਲੀ ਵਿਗੜ ਜਾਂਦੀ ਹੈ। ਯਾਰ ਐਸੀ ਭੈੜੀ ਚੀਜ਼ ਹੈ। ਹਾਂਜੀ, ਇਸ ਕਰਕੇ ਸ਼ਰਾਬ ਉਹ ਜਿਹੜਾ ਜਾਇਲ ਹੈ, ਇਹਦੇ 'ਚ ਕੀ ਹੈ? ਪਾਣੀ ਆ ਕਿ ਕਦਾ ਸਾਕਿਆ ਗੋੜਿਆ ਪੀ ਲੈ, ਜਿਹੜੇ ਪੀ ਲਈ ਬੁੱਧੀ ਭ੍ਰਿਸ਼ਟ ਹੋ ਗਈ, ਅੰਦਰ ਲੱਗੀ ਖੋਹ ਪੈਣ। ਇਹ ਕਹਿੰਦਾ ਲੈ ਮੀਟ ਆ, ਇਹਦੇ 'ਚ ਕੀ ਆ? ਬੰਦਿਆਂ ਲਈ ਬਣਿਆ, ਘਿਓ ਵੀ ਖਾ ਲਿਆ, ਉਹ ਜਿਹੜੇ ਖਾ ਲਿਆ। ਕਹਿੰਦਾ ਲੈ ਜੂਆ, ਆਪਾਂ ਨੂੰ ਗੱਫਾ ਵਧੀਆ ਮਿਲ ਜੂਗਾ, ਐਵੇਂ ਹਲ ਪਾਉਂਦੇ ਫਿਰਨਾ, ਦੁਕਾਨਦਾਰੀ ਕਰਨੀ ਹੈ, ਸਾਰਾ ਦਿਨ ਬੈਠੇ ਭਾਵ ਨਿਕਲ ਜਾਂਦੀ ਹੈ, ਅਤੇ ਆਹ ਤਾਂ ਵਧੀਆ ਦਾ ਲਾਵਾਂਗੇ। ਪਾਂਡਵਾਂ ਨੇ ਵੀ ਖੇਲ ਹੀ ਰਿਹਾ ਸੀ, ਕਿਹੜੀ ਗੱਲ ਆ, ਨਲ ਨੀਲ ਨੇ ਖੇਲ ਲਿਆ ਸੀ। ਇਹ ਨਹੀਂ ਦੇਖਿਆ ਵੀ ਜੂਆ ਖੇਲ ਕੇ ਉਹਨਾਂ ਦਾ ਰਿਜ਼ਲਟ ਕੀ ਨਿਕਲਿਆ, ਕਿਉਂਕਿ ਜੂਆ ਜਿਲੇ ਖੇਲਿਆ ਸਾਰਾ ਕੁਛ ਦਾਅ 'ਤੇ ਲਾਤਾ। ਯੁਧਿਸ਼ਠਿਰ ਨੇ ਦ੍ਰੋਪਦੀ ਵੀ ਦਾਅ 'ਤੇ ਲਾਤੀ, ਅਤੇ ਜਦੋਂ ਦਾਅ 'ਤੇ ਲਾਤੀ ਦ੍ਰੋਪਦੀ ਉਹਨਾਂ ਦੇ ਬਸ ਹੋ ਗਈ। ਉਹ ਫਿਰ ਆਪਣੀ ਮਰਜ਼ੀ ਨਾਲ ਦੇਖ ਲਓ ਕਿਵੇਂ ਵਪੜਦ ਕਰਨ ਵੱਲ ਤੁਰੇ। ਅਤੇ ਚਲੋ ਉਹਦੇ ਸਿਰ ਦੇ ਉੱਤੇ ਭਗਵਾਨ ਸੀ, ਕਿਰਪਾ ਕੀਤੀ। ਹਾਂਜੀ, ਉਹਦਾ ਪੜਦਾ ਮਹਾਰਾਜ ਨੇ ਕੱਜਿਆ, ਅਤੇ ਨਹੀਂ ਤਾਂ ਇਹ ਪੁਆੜਾ ਤਾਂ ਜੂਏ ਤੋਂ ਪਿਆ ਨਾ, ਅਤੇ ਜੂਆ ਅਸੀਂ ਨਲ ਨੀਲ ਨੂੰ ਧੱਕੇ ਖਾਣੇ ਪਏ। ਇਹਨਾਂ ਨੂੰ 12 ਸਾਲ ਬਨਵਾਸ ਭੋਗਣਾ ਪਿਆ ਪਾਂਡਵਾਂ ਨੂੰ, ਅਤੇ ਜੂਆ ਅਸੀਂ ਭੈੜੀ ਚੀਜ਼। ਪਹਿਲਾਂ ਤਾਸ਼ ਖੇਲਦੇ ਆ ਪਾਸੇ, ਪਰ ਹੌਲੀ ਹੌਲੀ ਫਿਰ ਇੱਧਰ ਤੁਰ ਪੈਂਦੇ, ਹੌਲੀ ਫਿਰ ਦਾਅ ਲੱਗ ਜਾਂਦਾ। ਉਹ ਜੂਆ ਜਿਹੜੇ ਖੇਲਿਆ ਮਾਇਆ ਆ ਗਈ। ਇਹ ਕਹਿੰਦਾ ਲੈ ਹੁਣ ਆਪਾਂ ਉੱਥੇ ਪੇਸ਼ਵਾ ਦੇ ਜਾਏ, ਉਹਨੇ ਉੱਥੇ ਮੂੰਹ ਕਾਲਾ ਕੀਤਾ, ਪੈਸੇ ਕੋਲ ਸੀ। ਇੱਕ ਸ਼ਰਾਬ ਨੇ ਚਾਰੇ ਕੰਮ ਕਰਾਤੇ, ਇੱਕ ਸ਼ਰਾਬ ਨੇ। ਹੁਣ ਕਹਿੰਦੇ ਜੀ ਇਹ ਤਾਂ ਅੱਗੇ 14ਵਾਂ ਰਤਨ ਆ, ਇਹ 13ਵਾਂ ਰਤਨ ਸਾਂਖੀਆ ਵੀ ਕੱਢਿਆ ਮਹਾਰਾਜ ਨੇ, ਉਹ ਵੀ ਖਾ ਲੈਣਾ ਚਾਹੀਦਾ। ਜਿਹੜਾ ਸਾਂਖੀਆ ਸੀ ਇਹ 13ਵਾਂ ਰਤਨ ਆ, ਇਹ ਕਹਿੰਦੇ 14ਵਾਂ ਰਤਨ। ਇਹ ਨਹੀਂ ਦੇਖਦੇ ਵੀ ਉਹ ਜਿਹੜੀ ਸੀ ਉਹ ਤਾਂ ਦੈਂਤਾਂ ਵਾਸਤੇ ਕੱਢੀ ਸੀ, ਅੰਮ੍ਰਿਤ ਦੇਵਤੇ ਲਗਾ ਸੀ। ਇੰਦਰ ਦਾ ਜਿਹੜਾ ਲੜਕਾ ਜਿਹੜੇ ਸਮੁੰਦਰ ਅੜਕਿਆ, 14 ਰਤਨ ਕੱਢੇ, ਅਤੇ ਉਹ ਜਿਹੜਾ ਅੰਮ੍ਰਿਤ ਦਾ ਘੜਾ ਸੀ, ਅਤੇ ਉਹ ਫਿਰ ਭਗਵਾਨ ਨੇ ਐਸਾ ਰੂਪ ਬਣਾਇਆ, ਉਹ ਪਰਮਾਤਾ ਜੰਤ ਜਿਹੜਾ ਇੰਦਰ ਦਾ ਲੜਕਾ ਉਹ ਚੁੱਕ ਕੇ ਦੌੜਿਆ, ਉਹਦੇ ਥੱਲੇ ਉਹ ਸ਼ਰਾਬ ਦਾ ਰਾਤਾ। ਇਹ ਪੀ ਪੀ ਕੇ ਅੰਨੇ ਹੋ ਗਿਆ। ਜਿਲੇ ਹੋਇਆ ਪਿਆ ਆਪਣੇ ਦਾ ਛਲ ਬਲ ਹੋ ਗਿਆ, ਇਹ ਭੱਜੇ। ਉਹ ਪਹਿਲਾਂ ਲੈ ਕੇ ਨਾ ਹਰਿਦੁਆਰ ਗਿਆ, ਉੱਥੇ ਬੂੰਦਾਂ ਡਿੱਗੀਆਂ ਅੰਮ੍ਰਿਤ ਦੀਆਂ, ਉੱਥੇ ਆ 12 ਸਾਲ ਬਾਅਦ ਕੁੰਭ ਲੱਗਦਾ, ਉੱਥੇ ਮਗਰ ਆ ਗਿਆ। ਉੱਥੋਂ ਜਿਉਂ ਭੱਜੇ ਫਿਰ ਇਲਾਹਾਬਾਦ, ਉੱਥੇ ਵੀ 12 ਸਾਲ ਬਾਅਦ ਕੁੰਭ ਲੱਗਦਾ। ਕੁੰਭ ਨਾਮ ਘੜੇ ਦਾ ਹੁੰਦਾ ਨਾ, ਅੰਮ੍ਰਿਤ ਘੜਾ ਲਗਿਆ ਸੀ। ਉੱਥੋਂ ਫਿਰ ਅਜੈਨ ਚਲ ਗਿਆ, ਵਿਕਰਮਾਜੀਤ ਭਰਥਰੀ ਦੇ ਸ਼ਹਿਰ, ਜਿਹਦਾ ਸੰਮਤ ਚੱਲਦਾ ਵਿਕਰਮੀ, ਉੱਥੇ ਫਿਰ ਉੱਥੇ ਵੀ ਕੁੰਭ ਲੱਗਦਾ। ਉੱਥੋਂ ਮਗਰ ਦੌੜੇ ਫਿਰ ਚਲੇ ਗਿਆ ਨਾਸਕ, ਤ੍ਰਿੰਬਕੇਸ਼ਵਰ। ਨਾਸਕ ਤੋਂ 18 ਮੀਲ ਹੈ, ਜਿੱਥੋਂ ਗੋਦਾਵਰੀ ਪਰੋਂ ਨਿਕਲਦੀ ਨਾ ਨਦੀ, ਅਸੀਂ ਦੇਖ ਆਏ ਜਿੱਥੋਂ ਨਿਕਲਦੀ ਨਦੀ, ਬੜਾ ਦੂਰ ਪਹਾੜੀ ਚੜ੍ਹ ਕੇ ਜਾਣਾ ਪੈਂਦਾ। ਗੌਤਮ ਰਿਸ਼ੀ ਨੇ ਪੈਦਾ ਕੀਤੀ ਗੋਦਾਵਰੀ, ਜਿਹੜੀ ਹਜ਼ੂਰ ਸਾਹਿਬ ਜਾਂਦੀ, ਉੱਧਰੋਂ ਨਿਕਲਦੀ ਹੈ ਪਹਾੜ 'ਚੋਂ। ਉੱਥੇ ਫਿਰ ਜਾ ਕੇ ਇਹਨਾਂ ਨੇ ਉਹ ਪੀਤਾ। ਇਸ ਵਾਸਤੇ ਵੀ ਜਿਹੜਾ ਜ਼ਹਿਰ ਸੀ ਇਹ 13ਵਾਂ ਰਤਨ ਹੈ, ਪਰ ਇਹ ਹੈ ਜਿਹੜੇ ਖਾਣ ਪੀਣ ਵਾਲੇ ਆ ਉਹ ਇਸ ਤਰ੍ਹਾਂ ਦਾ ਕੋਈ ਟੋਚਰ ਜਾਂ ਬਹਾਨਾ ਜਿਹੜਾ ਬਣਾ ਲੈਂਦੇ। ਪਰ ਜਿਹਨੂੰ ਆਪਣੇ ਗੁਰੂਆਂ ਨੇ ਮਹਾਰਾਜ ਨੇ ਮਨਾ ਕੀਤਾ ਉਹ ਚੀਜ਼ ਵਰਤਣੀ ਅਯੋਗ ਹੈ। ਅਤੇ ਤੰਬਾਕੂ ਆ, ਇਹਦੇ ਵਾਸਤੇ ਵੀ 4 ਵਜਨ ਗ੍ਰੰਥ ਤੰਬਾਕੂ ਆ। ਇਹਦਾ ਮਤਲਬ ਵੀ ਤੰਬਾਕੂ ਮਨਾ ਅਤੇ ਬਾਕੀ ਨਸ਼ੇ, ਜਿੰਨੇ ਨਸ਼ੇ ਆ ਉਹ ਤੰਬਾਕੂ ਦੇ ਅੰਤਰਗਤ ਹੈ, ਵੀ ਕੋਈ ਨਸ਼ਾ ਵੀ ਨਹੀਂ ਵਰਤਣਾ।
ਤੇ ਮਾਂਸ ਆ, ਤੇ ਇਹਦੇ ਵਾਸਤੇ ਮਾਂਸ ਦਾ ਅਰਥ ਹੁੰਦਾ ਮਾਂ ਅਸ, ਤੂੰ ਮੈਨੂੰ ਖਾ ਮੈਂ ਤੈਨੂੰ ਖਾਊਂਗਾ। ਕਿਉਂਕਿ ਜਿਹੜਾ ਮਾਸ ਆ ਇਹ 'ਚ 3 ਦੇਵਤਿਆਂ ਦਾ, ਸ਼ਿਵ ਜੀ ਹੈ, ਬ੍ਰਹਮਾ, ਵਿਸ਼ਨੂੰ, ਇਸ ਵਾਸਤੇ ਤੇ ਮਾਸ ਹੈਗਾ। ਤੇ ਹੁਣ ਇਹ ਦ੍ਰਿਸ਼ਟਾਂਤ ਦੇਣਗੇ ਖਾਣ ਵਾਲੇ, ਹਾਂਜੀ, ਮਮਾ ਮਾਸ ਗਰਾਸ, ਉਹ ਗੁਰੂ ਗ੍ਰੰਥ ਲਿਖਿਆ ਵੀ ਜਿਹੜਾ ਮਾਤਾ ਦਾ ਦੁੱਧ ਸੀ, ਦੁੱਧ ਪੀਤਾ ਤੇ ਇਹ ਥੋੜ੍ਹੀ ਵੀ ਉਹਨੂੰ ਖਾ ਲਿਆ ਸੀ, ਉਹ 'ਚੋਂ ਦੁੱਧ ਨਿਕਲਿਆ ਸੀ। ਪਰ ਇਹ ਇਸ ਤਰ੍ਹਾਂ ਦੀਆਂ ਕੁਚਰਬਾਜ਼ੀਆਂ ਕਰਦੇ ਆ। ਸੋ ਇਸ ਵਾਸਤੇ ਜਿਹੜਾ ਮਾਸ, ਸ਼ਰਾਬ ਤੋਂ 58 ਕਰੋੜ ਯਾਦਵ ਤਬਾਹ ਹੋਏ ਆ। 58 ਕਰੋੜ ਕ੍ਰਿਸ਼ਨ ਦੀ ਵੰਸ਼ ਦੇ। ਉਹ ਕ੍ਰਿਸ਼ਨ ਦਾ ਲੜਕਾ ਸੀ ਸਾਂਭਾ। ਇਹ ਸ਼ਰਾਰਤੀ ਛੋਕਰਿਆਂ ਨੇ ਕੀ ਕੀਤਾ ਨਾ, ਉਹਦੇ ਢਿੱਡ ਨੂੰ ਇੱਕ ਬਾਟਾ ਬੰਨ੍ਹਤਾ ਤੇ ਮਾਈਆਂ ਵਾਲੇ ਲੀੜੇ ਪਵਾਤੇ। ਤੇ ਦਰਬਾਦਸ਼ਾਹ ਜਿਹੜਾ ਹੁਣ ਕ੍ਰਿਸ਼ਨ ਦਾ ਗੁਰੂ, ਉਹ ਪੂਰਾ ਆਗਦਾ ਨਾਲ ਸੀ, ਉੱਥੇ ਚਲਾ ਗਿਆ। ਅਗੇ ਸੰਤ ਜੀ ਇਹਨੂੰ ਕੀ ਜੰਮੂਗਾ? ਉਹ ਕਹਿੰਦੇ ਜਾਓ ਆਰਾਮ ਨਾਲ ਕੰਮ ਕਰੋ, ਮਹਾਤਮਾ ਨਾਲ ਵਾਧੂ ਗੱਲ ਨਹੀਂ ਕਰੀ। ਪਰ ਉਹ ਉਹਨੂੰ ਕਿਤੇ ਸ਼ਰਾਬਾਂ ਪੀਤੀਆਂ ਪੁੱਤ ਰਿਓ ਹਟੇ ਹੀ ਨਾ ਜੀ। ਲੈ ਲੱਗ ਜਾਂਦੀ ਨਾ ਨਸ਼ਈ ਨੂੰ, ਜਿਹੜੀ ਗੱਲ ਆ ਗਈ ਫਿਰ ਉਹ ਹੀ ਕਰੀ ਜਾਊਗਾ। ਤੇ ਫੇਰ ਉਹ ਨਹੀਂ ਟਾਲਾ ਵੱਟਿਆ, ਜਿਹੜੇ ਹਟੇ ਨਹੀਂ। ਕਹਿੰਦੇ ਜਾਦਵਾਂ ਦੀ ਕੁੱਲ ਦਾ ਨਾਸ ਕਰਨ ਵਾਲਾ ਜੰਮੂਗਾ। ਆਪ ਬਚਨ ਕੱਢ ਦਿੱਤਾ। ਹੁਣ ਸਾਧੂ ਬੋਲਿਆ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਹੁਣ ਤਾਂ ਪਿੱਟੇ ਪੇ ਇਹਨਾਂ ਦਾ ਭਜਨ ਦਾ ਵਿਅਰਥ ਜਾਂਦਾ ਨਹੀਂ। ਹੁਣ ਆ ਗਿਆ ਕ੍ਰਿਸ਼ਨ ਜੀ ਕੋ, ਕਹਿੰਦੇ ਆਹ ਗੱਲ ਹੋ ਗਈ। ਉਹ ਕਹਿੰਦੇ ਵੀ ਹੁਣ ਗੱਲ ਤਾਂ ਇਹ ਹੈ ਵੀ ਉਹ ਮੇਰਾ ਗੁਰੂ ਆ, ਇਹਦਾ ਵਚਨ ਤਾਂ ਟਾਲਣਾ ਸਾਨੂੰ ਵੀ ਬਹੁਤ ਔਖਾ। ਹੁਣ ਇਉਂ ਕਰੋ, ਜਿਹੜਾ ਬਾਟਾ ਜਿਹਾ ਨਾ, ਇਹਨੂੰ ਰਗੜ ਰੋੜ ਕੇ ਉੱਥੇ ਰੋੜ ਦਿਓ ਨਦੀ 'ਚ। ਉਹ ਰਗੜਦੇ ਰਹੇ ਤੇ ਇੰਨੀ ਕੁ ਪੱਤੀ ਜਿਹੀ ਬਚੀ, ਉਹ ਰਗੜ ਨਾ ਹੋਵੇ, ਹੱਥ 'ਚ ਨਾ ਆਵੇ, ਉਹ ਸੁੱਟ ਦਿੱਤੀ। ਉਹ ਕਿਤੇ ਮੱਛੀ ਨੇ ਨਿਕਲ ਲਈ। ਕੋਈ ਝੀਰ ਮੱਛੀਆਂ ਫੜਨ ਆਇਆ ਤੇ ਉਹ ਮੱਛੀਆਂ ਫੜੀਆਂ, ਜਿਹੜੇ ਉਹ ਮੱਛੀ ਚੀਰੀ ਤੇ ਉਹਦੇ 'ਚੋਂ ਪੱਤੀ ਨਿਕਲੀ। ਉਹ ਸ਼ਿਕਾਰੀ ਵੀ ਸੀ, ਉਹਨੇ ਕੀ ਕੀਤਾ, ਉਹ ਤੀਰ ਦੀ ਕਾਨੀ ਦੇ ਮੂਹਰੇ ਲਾ ਲਈ ਪਿਆ, ਆਪਾਂ ਸ਼ਿਕਾਰ ਖੇਲਿਆ ਕਰਾਂਗੇ। ਇੱਧਰ ਹੁਣ ਉਹ ਜਿਹੜਾ ਬਚਨ ਨਿਕਲ ਗਿਆ ਸੀ, ਉਹ ਪ੍ਰਵਾਸ ਤੀਰ 'ਤੇ ਮੇਲਾ ਸੀ। ਜਿਵੇਂ ਅੱਜ ਇੱਥੇ 14 ਬਹੁਤ ਸੰਗਤ ਆਉਂਦੀ ਨੇ, ਫਲਸਿਆ ਦੇ ਅੰਮ੍ਰਿਤਸਰ ਜਾਂਦੇ, ਉੱਥੇ ਮੇਲਾ ਸੀ ਤੇ ਸਾਰੇ ਤੁਰ ਪਏ। ਸ਼ਰਾਬਾਂ ਪੀਤੀਆਂ ਤੇ ਬਾ ਮਟਾਕੇ ਮਾਰਨ। ਪੁਰਾਣੇ ਬੈਰ ਯਾਦ ਆ ਗਏ, ਸ਼ਾਸਤਰਧਾਰੀ ਸੀ। ਉਹ 58 ਕਰੋੜ ਦਾ 58 ਕਰੋੜ ਆਪਸ 'ਚ ਵੱਢ ਹੋ ਕੇ ਮਰ ਗਿਆ। ਬਚਨ ਜਿਹੜਾ ਹੋ ਗਿਆ ਸੀ। ਹੁਣ ਉਹ ਕ੍ਰਿਸ਼ਨ ਨੇ ਕਿਹਾ ਵੀ ਮੇਰਾ ਸਾਰੀ ਫੈਮਿਲੀ ਜਿਹੜੀ ਉਹ ਤਾਂ ਰੁੜ ਗਈ। ਉਹ ਫਿਰ ਗੋਡੇ 'ਤੇ ਲੱਤ ਰੱਖ ਕੇ ਨਾ ਪੈਰ 'ਤੇ ਲਿਟਿਓ ਸੀ, ਜਿਵੇਂ ਗੰਭੀਰ ਵਿਚਾਰ ਵਿੱਚ ਹੋਏ। ਉਹ ਜਿਹੜਾ ਫੰਦਕ ਸੀਗਾ ਚੀਰ ਸ਼ਿਕਾਰੀ, ਉਹ ਸ਼ਿਕਾਰ ਭਾਲਦਾ ਫਿਰਦਾ ਸੀ ਤੇ ਕ੍ਰਿਸ਼ਨ ਮਹਾਰਾਜ ਦੇ ਚਰਨ 'ਚ ਸੀਗਾ ਪਦਮ, ਉਹ ਦੂਰੋਂ ਚਮਕਦਾ ਸੀ। ਉਹਨੇ ਕਿਹਾ ਸ਼ਾਇਦ ਇਹ ਹਰਨ ਦੀ ਆਖਿਆ। ਜਿਹੜੇ ਉਹ ਤੀਰ ਚਲਾਇਆ ਨਾ, ਉਹ ਜਾ ਕੇ ਮਹਾਰਾਜ ਦੇ ਚਰਨ 'ਚ ਵੱਜਾ। ਤੇ ਹੁਣ ਹਰਨ ਹੁੰਦਾ ਦੌੜਦਾ ਦੌੜਦਾ, ਉਹਨੇ ਕਿਹਾ ਕੀ ਗੱਲ, ਜਿਹੜੇ ਹੈਗਾ ਤੇ ਕ੍ਰਿਸ਼ਨ ਮਹਾਰਾਜ। ਉਹ ਕਹਿ ਮਹਾਰਾਜ, ਉਹ ਕਹਿੰਦੇ ਵੀ ਹੁਣ ਜਿਹੜਾ ਦਰਬਾਸ਼ੇ ਦਾ ਸ਼ਰਾਬ, ਮੈਂ ਵੀ ਤਾਂ ਜਾਦਵਾਂ 'ਚ ਹੀ ਸੀ, ਕਿ ਉਹ ਗੁਰੂ ਦਾ ਸ਼ਰਾਬ ਹੋਣਾ, ਮੈਂ ਵੀ ਤਾਂ ਵਿੱਚ ਹੀ ਸੀਗਾ। ਇਹ ਤਾਂ ਨਹੀਂ ਵੀ ਉਹਨਾਂ ਇਕੱਲਿਆਂ ਨੂੰ ਹੀ ਸੀ, ਕਿ ਮੈਂ ਵੀ ਇਹਨਾਂ ਦੀ ਬਾਂਸ 'ਚ ਜੰਮਿਆ। ਉਸ ਬਹਾਨੇ ਦੇ ਲਓ ਮਹਾਰਾਜ ਗਏ। ਇੱਕ ਸ਼ਰਾਬ ਨੇ ਕਿੰਨਾ ਪੁਆੜਾ ਪਾਇਆ। ਤੇ ਪਾਂਡਵਾਂ ਨੇ ਜੂਆ ਖੇਲਿਆ, 12 ਸਾਲ ਬਨਵਾਸ ਭੋਗਿਆ, ਇਸਤਰੀ ਦੀ ਬੇਪਤੀ। ਫਿਰ ਵਿਰਾਟ ਰਾਜੇ ਦੇ ਰਾਜ ਆ ਕੇ ਨੌਕਰ ਬਣ ਕੇ ਕਿਸ ਤਰ੍ਹਾਂ ਮਿਹਨਤ ਦਿਹਾੜੀ ਕੀਤੀ। ਫਿਰ ਜਿਹੜਾ ਵਿਰਾਟ ਦਾ ਸਾਲਾ ਸੀ ਤੇ ਉਹ ਯਾਦਰਥ, ਉਹ ਬੁਰੀ ਦ੍ਰਿਸ਼ਟੀ ਕਰਦਾ ਸੀ। ਫਿਰ ਭੀਮ ਸੈਨ ਨੂੰ ਦੱਸਿਆ ਤੇ ਭੀਮ ਸੈਨ ਨੇ ਫਿਰ ਉਹਨੂੰ ਮਾਰ ਕੇ ਉਸ ਤੀਰੀਏ ਦੇ ਥੱਲੇ ਦੇ ਦਿੱਤਾ। ਕ੍ਰੀਚਕ ਜਿਹੜਾ ਹਿੱਸਾ 'ਚ ਕ੍ਰੀਚਕ ਦੇ ਭਰਾ ਸੀਗੇ, ਉਹ ਆਏ, ਉਹ ਭੀਮ ਸੈਨ ਨੇ ਮਾਰੇ ਸਾਰੇ। ਤੇ ਜੂਏ ਤੋਂ ਦੇ ਲਓ ਕਿੰਨੇ ਪੁਆੜੇ ਪਏ। ਪਰ ਜਦੋਂ ਕਿਸੇ ਗਲਤ
ਆਦਤ ਦਾ ਕੋਈ ਸ਼ਿਕਾਰ ਬਣ ਜਾਂਦਾ, ਕਹਿੰਦਾ ਇਹ 'ਚ ਕੀ ਪਿਆ। ਤੇ ਜਿਹੜੇ ਉਹਦਾ ਫਲ ਨਿਕਲਦਾ ਫਿਰ ਪਤਾ ਲੱਗਦਾ। ਫਲ ਜਿਹੜੇ ਕੌੜਾ ਲੱਗਦਾ ਨਾ, ਫਿਰ ਨਤੀਜਾ ਨਿਕਲਦਾ, ਫਿਰ ਪਤਾ ਲੱਗਦਾ। ਇਸੇ ਤਰ੍ਹਾਂ ਫਿਰ ਜਿਹੜਾ ਪਰਾਏ ਸਰੀਰ ਵੱਲ ਬੁਰਾ ਤੱਕਣਾ, ਤੇ ਉਹ ਰਾਵਣ ਦਾ ਲੈ ਲਓ, ਕੀ ਦੁਰਦਸ਼ਾ ਹੋਈ। ਉਸ ਤੋਂ ਬਾਅਦ ਫਿਰ ਮਾਸ ਤੋਂ ਲੈ ਲਓ। ਇਹ ਕੋਈ ਮਹਾਤਮਾ ਭਜਨ ਕਰਦੇ ਸੀ, ਉਹ ਰਾਜਾ ਸ਼ਿਕਾਰ ਖੇਲਦਾ, ਤਾਂ ਜਾਨਵਰ ਜਿਹੜਾ ਸੀ ਸੰਤਾਂ ਦੀ ਗੋਦ 'ਚ ਆ ਗਿਆ। ਉਹ ਕਹਿਣ ਲੱਗੇ ਵੀ ਸਾਨੂੰ ਸ਼ਿਕਾਰ ਦੇ। ਸੰਤ ਕਹਿੰਦੇ ਵੀ ਹੁਣ ਤਾਂ ਨਹੀਂ ਦਿੰਦੇ, ਸਾਡੀ ਸ਼ਰਨ ਆ ਗਿਆ। ਉਹ ਰਾਜੇ ਨੂੰ ਰਾਜ ਦਾ ਹੰਕਾਰ ਸੀ, ਹਮਲਾਵਰ ਹੋਣ ਲੱਗਾ। ਉਹਨੇ ਕਿਹਾ ਜਦ ਬਗਲੇ ਦੀ ਜੂਨ ਪੈ ਜਾ, ਤੈਨੂੰ ਜੇ ਮਾਸ ਖਾਣ ਦਾ ਲਾਚਿਆ ਤੇ ਡੱਡੀਆਂ ਮੱਛੀਆਂ ਖਾਈ ਜਾਇਆ ਕਰੀ, ਛੱਪੜਾਂ ਦੇ ਬੈਠਾ ਚੁੰਝਾਂ ਮਾਰੀ ਜਾਇਆ ਕਰੀ। ਉਹ ਕਹਿੰਦੇ ਰਾਜੇ ਨੂੰ ਮਹਾਤਮਾ ਦੇ ਸਰਾਪ ਨਾਲ ਬਗਲੇ ਦੀ ਜੂਨ 'ਚ ਜਾਣਾ ਪਿਆ। ਮਾਸ ਬਗਲੇ ਦੀ ਜੂਨ ਭੋਗਣੀ ਪਈ। ਫਿਰ ਚੋਰੀ, ਸ਼ਿਵੀ ਰਾਜਾ ਸੀ, ਉਹ ਗੁਆਂਢੀ ਰਾਜੇ ਨਾਲ ਦੁਸ਼ਮਣੀ ਸੀ। ਉਹ ਕਿਤੇ ਜੋਤਸ਼ੀ ਕਹਿੰਦੇ ਵੀ ਜੇ ਤੂੰ ਨਾ ਤੋਪ ਦੇ ਮੂੰਹ 'ਚ ਸੂਰ ਦਾ ਖੂਨ ਪਾ ਦੇਵੇਂ, ਤੋਪ ਨਹੀਂ ਚੱਲੂਗੀ ਤੇ ਤੇਰੀ ਜਿੱਤ ਹੋ ਜੂ। ਹਾਂਜੀ, ਉਹ ਉਹਦੇ ਕਹੇ ਤੇ ਚੋਰੀ ਨਾ ਆਪ ਭੇਸ ਬਦਲ ਕੇ ਤੇ ਉਹ ਸੂਰ ਦਾ ਖੂਨ ਪਾਉਣ ਗਿਆ, ਤੇ ਉੱਥੇ ਫੜਿਆ ਗਿਆ। ਉੱਥੇ ਫੜ ਕੇ ਉਹਨੇ ਮਾਰਤਾ। ਜਿੱਤਣਾ ਤਾਂ ਕੀ ਸੀ। ਚੋਰੀ ਤੋਂ ਜਿਹੜਾ ਉਹ ਸ਼ਿਵੀ ਰਾਜਾ ਸੀ, ਉਹ ਮਾਰਿਆ ਗਿਆ। ਹੁਣ ਮਹਾਰਾਜ ਕਹਿੰਦੇ ਆ ਵੀ ਦੇਖੋ, ਜਿਹਦੇ 'ਚ ਇੱਕ ਇੱਕ ਦੋਸ਼ ਸੀ, ਉਹਦੀ ਕੀ ਦਸ਼ਾ ਹੋਵੇ। ਤੇ ਬੰਦੇ 'ਚ ਪੰਜੇ ਹੀ ਆ, ਮ੍ਰਿਗ, ਹਰਨ, ਭਰਿੰਗ, ਭੌਰਾ। ਔਰ ਕਹਿੰਦੇ ਆ ਇਹਨਾਂ ਦੇ ਵਿੱਚ ਇੱਕ ਇੱਕ ਦੋਸ਼, ਮ੍ਰਿਗ, ਭਰਿੰਗ, ਪਤੰਗ, ਕੁੰਚਰ, ਏਕ ਦੋਖ ਬਨਾਸ, ਪੰਜ ਰੋਗ ਅਸਾਧ ਜਾਮੇ, ਤਾਂ ਕੀ ਕੇਤਕ ਆਸ। ਕਹਿੰਦੇ ਇਹਦੇ ਬੰਦੇ 'ਚ ਪੰਜੇ ਹੀ। ਹੁਣ ਜਿਹੜਾ ਮਿਰ ਗਿਆ, ਉਹ ਬੀਣਾ ਵਜਾਈਏ ਨਾ, ਉੱਥੇ ਸਿਰ ਸਿੱਟ ਦਿੰਦਾ, ਬਹੁਤ ਸ਼ਿਕਾਰੀ ਫੜ ਕੇ ਲੈ ਜਾਂਦੇ। ਫਿਰ ਉਹਦੀ ਕੀ ਦੁਰਦਸ਼ਾ ਬਣਾਉਂਦੇ। ਤੇ ਜਿਹੜਾ ਭਰਿੰਗ ਭੌਰਾ ਆ, ਉਹ ਫੁੱਲ ਦੀ ਸੁਗੰਧੀ ਸੁੰਘਦਾ ਨਾ, ਜਿਉਂ ਜਿਉਂ ਸੂਰਜ ਛਿਪਣ ਲੱਗਦਾ ਉਹ ਮੀਟ ਹੋ ਜਾਂਦਾ, ਵਿੱਚ ਹੀ ਘੁੱਟ ਹੋ ਕੇ ਮਰ ਜਾਂਦਾ। ਨਾਸਾਂ ਦਾ ਦੋਸ਼ ਸੀ। ਹਰਨ ਨੂੰ ਕੰਨਾਂ ਦਾ ਸੀ, ਸੁਣਨ ਦਾ। ਅੱਗੇ ਫੇਰ ਆ ਗਈ ਹਾਂਜੀ ਮੱਛੀ ਜਿਹੜੀ ਹੈ, ਹੁਣ ਐਡੇ ਵੱਡੇ ਦਰਿਆ ਜਾਂ ਸਮੁੰਦਰ 'ਚ ਰਹਿੰਦੀ, ਕਿਹੜਾ ਫੜੂਗਾ। ਪਰ ਮੂੰਹ ਦਾ ਸਵਾਦ ਨਹੀਂ ਛੱਡਦੀ। ਉਹ ਕੁੰਡੀ ਨੂੰ ਮਾੜਾ ਜਿਹਾ ਲਾਉਂਦੇ ਨਾ, ਗੁਡਵਾ ਜਿਹਾ ਜਾਂ ਆਟਾ ਜਿਹਾ, ਬਸ ਉਹ ਖਾਣ ਆਉਂਦੀ ਹੈ, ਮਾਰਦੇ ਤੁਣਕਾ, ਸੰਗ ਬਿੰਨਿਆ ਜਾਂਦਾ। ਫਿਰ ਦੇਖ ਲਓ ਕੀ ਹਾਲ ਹੁੰਦਾ ਉਹਦਾ, ਕੀ ਹਾਲ ਹੁੰਦਾ। ਮੂੰਹ ਦੇ ਸਵਾਦ ਨਾਲ ਮਾਰੀ। ਅੱਜ ਵੀ ਦੁਨੀਆ ਮੂੰਹ ਦੇ ਸਵਾਦ ਨਾਲ ਮਰਨ ਡਈ ਹੈ। ਕਿ ਸਵਾਦ ਅੰਡ ਵੰਡ ਖਾਈ ਜਾਂਦੇ ਆ, ਬਿਮਾਰੀਆਂ ਦਿਨੋਂ ਦਿਨ ਵੱਧਦੀਆਂ ਤੁਰੀਆਂ ਜਾ ਰਹੀਆਂ। ਘਰ ਦੀ ਰੋਟੀ ਦਾ ਸਵਾਦ ਨਹੀਂ ਲੱਗਦੀ। ਆ ਨਵੇਂ ਜਵਾਕ ਜੱਲਾ ਜਿੰਨਾ ਆ, ਫਾਸਟ ਫੂਡ ਖਾ ਖਾ ਰੋਗ। ਹਾਂਜੀ, ਕੱਲ੍ਹ ਪਰਸੋਂ ਬੱਚਾ ਲਿਆਏ, ਮੇਰਾ ਖਿਆਲ 2-3 ਸਾਲ ਦੀ ਉਮਰੇ ਹੋਣੇ, ਗੁਰਦੇ ਖਰਾਬ ਹੋਏ। ਕੈਂਡੀਆਂ ਮਿੱਠਾ ਖਿਲਾ ਖਿਲਾ ਕੇ, ਹਾਂਜੀ, ਹੋਰ ਗੰਦ ਪਿੱਲ ਖਾ ਖਾ ਕੇ ਮੈਂ ਜੀਵਨ ਬਰਬਾਦ ਹੋ ਰਿਹਾ। ਆ ਛੋਟੀ ਛੋਟੀ ਉਮਰ ਦੀਆਂ ਲੜਕੀਆਂ ਨੂੰ ਰਸੌਲੀਆਂ ਹੋਈਆਂ, ਕੈਂਸਰ ਹੋਏ, ਪੀਲੀਏ ਹੋਏ, ਤੇ ਬਲੱਡ ਪ੍ਰੈਸ਼ਰ ਆ, ਹਾਰਟ ਦੀਆਂ ਬਿਮਾਰੀਆਂ, ਨਾੜੀਆਂ ਬਲੌਕ, ਕਿੰਨੇ ਨਵੇਂ ਰੋਗ ਨਿਕਲੇ, ਕਿਉਂਕਿ ਖਾਣਾ ਗਲਤ ਖਾਂਦੇ ਆ। ਹੁਣ ਪਸ਼ੂ ਮਾਸ ਖਾਂਦੇ ਆ, ਹੁਣ ਕੀ ਪਤਾ ਉਹਨਾਂ ਨੂੰ ਕੀ ਬਿਮਾਰੀ ਹੈ। ਖਾ ਖਾ ਕੇ ਉਹੋ ਜਿਹੀ ਬੁੱਧੀ ਭ੍ਰਿਸ਼ਟ ਹੋਈ ਜਾਂਦੀ ਹੈ। ਸੋ ਇਸ ਵਾਸਤੇ ਤੇ ਇਹ ਹੈ ਪਤੰਗਾ, ਉਹਨੂੰ ਦੇਖਣ ਦਾ ਦੀਵੇ ਦੀ ਲਾਟ ਹੋਊ, ਉੱਥੇ ਨੂੰ ਭੱਜਦਾ, ਸੜ ਕੇ ਮਰ ਜਾਂਦਾ। ਤੇ ਹਾਥੀ ਹੈ, ਜ਼ਿਲ੍ਹੇ ਨੂੰ ਫੜਦੇ, ਦੇਖੋ ਕਿੱਡਾ ਪਹਾੜ ਜਿੱਡਾ ਜਾਨਵਰ ਆਉਂਦਾ ਕਾਬੂ, ਸੁੰਡ ਪਾਉਂਦਾ, ਦਰਖਤ ਮੁੰਡ ਪੋੜ ਛੱਡਦਾ। ਹੁਣ ਹਾਥੀ ਕਿਹੜਾ ਮੀਟ ਖਾਂਦਾ, ਦੇਖ ਲਓ
ਕਹਿੰਦੇ ਮੀਟ 'ਚ ਤਾਕਤ ਹੈ। ਘੋੜੇ ਮੀਟ ਖਾਂਦੇ ਆ, ਖੱਚਰਾਂ ਮੀਟ ਖਾਂਦੀਆਂ, ਊਠ ਮੀਟ ਖਾਂਦੇ ਆ, ਜੈਬਰੇ ਮੀਟ ਖਾਂਦੇ ਆ, ਬਲਦ ਝੋਟੇ ਮੀਟ ਖਾਂਦੇ ਆ। ਟਰਾ ਕੱਢ ਜਾਏ ਤੇ ਕਈ ਵਾਰੀ ਟਰੈਕਟਰ ਝੋਟੇ ਲਿਆ ਕੇ ਖਿੱਚੀ ਦਾ ਕਿ ਨਹੀਂ। ਤੇ ਗੈਂਡਾ ਮੀਟ ਖਾਂਦਾ। ਕਿੱਡੇ ਪਹਾੜ ਜਿਹੜੇ ਜਾਨਵਰ ਹਾਂਜੀ ਉਹ ਫਿਰ ਜੀ ਆਪਣੇ ਕੀ ਕਰਦੇ ਆ, ਕਟੋਆ ਜਾਂ ਬਹੁਤ ਡੂੰਘਾ ਪੁੱਟ ਲੈਂਦੇ ਆ, ਉਹਦੇ 'ਤੇ ਬਾਂਸਾਂ ਦੀ ਨਾ ਪੱਚਰਾਂ ਦੀ ਛੱਤ ਪਾਉਂਦੇ, ਉੱਤੇ ਫਿਰ ਕਾਗਜ਼ਾਂ ਦੀ ਹਥਣੀ ਜੀ ਬਣਾਉਂਦੇ। ਉਹ ਆ ਕੇ ਵਿੱਚ ਡਿੱਗ ਪੈਂਦਾ, ਭੁੱਖਾ ਰੱਖਦੇ ਕਈ ਦਿਨ, ਫਿਰ ਅੜਾਟ ਪਾਉਂਦਾ ਅਤੇ ਫਿਰ ਲੋਹੇ ਦੇ ਸੁੰਬਿਆਂ ਦੀ ਉਹ ਮਾਰ ਪੈਂਦੀ। ਉਹਦੇ ਸਪਰਸ਼ ਦਾ ਦੋਸ਼, ਜਿਹਦੇ 'ਚ ਇੱਕ ਇੱਕ ਦੋਸ਼ ਸੀ। ਕਹਿੰਦੇ 5 ਰੋਗ ਅਸਾਧ ਜੰਮੇ, ਬੰਦੇ 'ਚ ਕਹਿੰਦੇ 5 ਹੀ ਆ ਅਸਾਧ ਰੋਗ ਜਿਹੜੇ ਹਟਣੇ ਨਾ। ਤਾਂ ਕੀ ਕਿਤਗਾਸ ਕਹਿੰਦੇ ਉਹ ਬੰਦੇ ਦੇ ਬਚਣ ਦੀ ਕੀ ਆਸ ਆ, ਉਹਨਾਂ 'ਚ ਇੱਕ ਇੱਕ ਦੋਸ਼ ਸੀ ਅਤੇ ਉਹਨਾਂ ਦੀ ਇਹੋ ਜਿਹੀ ਦੁਰਦਸ਼ਾ ਹੋਈ। ਅਤੇ ਜਿਹਦੇ 'ਚ 5 ਹੀ ਆ, 5 ਚੋਰ ਬੈਠੇ ਆ। ਇੱਕ ਚੋਰ ਗੇੜਾ ਮਰ ਜਾਏ ਕਿੰਨਾ ਕੁਝ ਲੈ ਜਾਂਦਾ, ਜੇ 5 ਆ ਜਾਣ ਤੇ ਤਾਂ ਮਾਈਆਂ ਦਾ ਤਵਾ ਪਰਾਤ ਨਹੀਂ ਛੱਡਦੇ ਵੀ ਹੁਣ ਤਾਂ ਐਨ ਚੰਗਾ ਸਫਾਈ ਕਰ ਦਿਓ। ਅਤੇ ਬੀਬੀਆਂ ਵੀ ਬੜਾ ਖੁਸ਼ ਹੁੰਦੀਆਂ, ਗਹਿਣੇ ਦਿਖਾਉਣ ਲੱਗ ਪੈਂਦੀਆਂ, ਇਹ ਮੇਰੀ ਮਾਂ ਨੇ ਦਿੱਤੇ ਸੀ, ਮੇਰੇ ਭਰਾ ਨੇ ਬਾਹਰੋਂ ਭੇਜੇ ਸੀ। ਹਾਂਜੀ ਹਾਂ, ਉਹ ਫਿਰ ਹੱਥ ਫੇਰ ਜਾਂਦੇ ਵਧੀਆ ਕਿ ਨਹੀਂ। ਉਹ ਬੜੇ ਹੁਸ਼ਿਆਰ ਹਨ, ਉਹ ਤਾਂ ਦੇਖਦੇ ਹੀ ਨਹੀਂ। ਆਉਣ ਦੇ ਲੋ ਨਗਰ ਕੀਰਤਨ ਗੁਰੂ ਨਾਨਕ ਸਾਹਿਬ ਗੁਰਪੁਰਬ 'ਤੇ ਆਏ, ਉੱਥੇ ਕਈਆਂ ਦੇ ਹੱਥ ਫੇਰ ਗਏ, ਕਿਉਂਕਿ ਜਿਹੜਾ ਦੁਸ਼ਟ ਬੰਦਾ ਉਹ ਕਿਤੇ ਚੱਲ ਜਾ ਉਹਨੂੰ ਉਹੀ ਕੰਮ ਕਰਨਾ, ਉਹਨੂੰ ਉਹਨੇ ਕੀ ਥੋੜ੍ਹੀ ਕਰਨੀ। ਉਹਦੀ ਭਾਵਨਾ ਇਹੋ ਜਿਹੀ ਹੁੰਦੀ, ਉਹ ਇਸ ਤਰ੍ਹਾਂ ਦੀ ਕਿਰਿਆ ਕਰਦੇ ਕਿਤੇ ਵੀ ਚੱਲ ਜਾਣ। ਹਾਂਜੀ ਹੁਣ ਜੇ ਸੱਪ ਗੁਰਦੁਆਰਾ ਜੀ ਤਾਂ ਡੰਗ ਨਾ ਮਾਰੂਗਾ, ਗੁਰਦੁਆਰਾ ਤੁਹਾਡੇ ਲਈ ਹੋਊਗਾ, ਉਹਦੇ ਲਈ ਥੋੜ੍ਹੀ ਆ। ਹਲਕਿਆ ਕੁੱਤਾ ਆ ਹੁਣ ਤਾਂ ਆਪਣੇ ਮੂੰਹ ਮਾਰਨਾ। ਇਸ ਤਰ੍ਹਾਂ ਜਿਹੜੇ ਬੰਦੇ ਇਸ ਤਰ੍ਹਾਂ ਦੀ ਬਿਰਤੀ ਵਾਲੇ ਆ, ਉਹ ਕਿਤੇ ਵੀ ਚਲੇ ਜਾਣ। ਦੁਸ਼ਟ ਲੋਕ ਜਿਹੜੇ ਆ ਉਹ ਆਪਣੇ ਸੁਭਾਅ ਤੋਂ ਮਜਬੂਰ ਹੁੰਦੇ ਆ, ਉਹਨੇ ਜੋ ਉਹਨਾਂ ਦੀ ਆਦਤ ਆ, ਚਸਕਾ ਆ, ਉਹ ਨਹੀਂ ਪੂਰਾ ਕਰਨਾ ਹੀ ਕਰਨਾ। ਇਸ ਵਾਸਤੇ 5 ਦੋਸ਼ ਇਹ ਹੈਗੇ ਆ। ਹੁਣ ਇਹਨਾਂ ਤੋਂ ਬਚਣ ਲਈ ਮਾਰੇ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ ਬਿਨ ਸਿਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਉਹ ਕਿਰਪਾ ਕਰੇ ਤਾਂ ਬਚਿਆ ਜਾਂਦਾ, ਤੇ ਨਹੀਂ ਸਾਰਾ ਸੰਸਾਰ ਇਹਨਾਂ ਪੰਜਾਂ ਨੇ ਬਿਨਾਂ ਸੰਗਲਾਂ 'ਤੇ ਜੁਟਿਆ। ਸਾਰਾ ਜਿੰਨਾ ਸੰਸਾਰ ਇਹੀ ਚਸਕੇ ਆ। ਪਹਿਲਾਂ ਚੰਗਾ ਪੜ੍ਹ ਲਿਆ, ਨੌਕਰੀ ਚੰਗੀ ਮਿਲ ਗਈ, ਅਤੇ ਅਪ ਟੂ ਡੇਟ ਵਿਆਹ ਸ਼ਾਦੀ ਹੋ ਗਈ, ਫਿਰ ਡਬਲ ਮਾਇਆ ਆਉਣ ਲੱਗ ਪਈ, ਫਿਰ ਕੋਠੀ ਚੰਗੀ ਹੋ ਗਈ, ਬੈੱਡ ਚੰਗੇ ਆ ਗਏ, ਗੱਦੇ ਚੰਗੇ ਆ ਗਏ, ਗਲੀਚੇ ਵਿਛਾ ਲੈ, ਫਿਰ ਕਰੋਕਰੀ ਦਾ ਸਮਾਨ ਆ ਗਿਆ, ਖਾਣ ਪੀਣ ਦਾ ਆ ਗਿਆ, ਫਿਰ ਚੰਗੇ ਚੋਸੇ ਤੁੜਕੇ ਛਮਕੇ ਲਾ ਕੇ ਆਂਡੇ ਛਾਂਡੇ ਮੀਟ ਮੂਟ ਖਾ ਲਿਆ। ਫਿਰ ਅੰਦਰ ਹਾਂਜੀ ਬਹੁ ਭੋਗੋਂ ਕਰ ਪੁਸ਼ਟ ਤਨ ਪੁਸ਼ਟੇ ਮਨ ਪੁਸ਼ਟ, ਮਨ ਪੁਸ਼ਟੇ ਮਨ ਮਦਨ ਲਓ, ਪੁਸ਼ਟ ਹੋ ਤਰੇ ਦੁਸ਼ਟ। ਭਰਤਰੀ ਜਿਹੜਾ ਰਾਜਾ ਸਾਧੂ ਹੋਇਆ ਨਾ, ਆਪਣਾ ਗ੍ਰੰਥ ਬਣਾਇਆ ਉਹਨੇ, ਉਹ 'ਚ ਲਿਖਦੇ ਵੀ ਬਹੁਤ ਪਦਾਰਥ ਖਾਣਾ, ਸਰੀਰ ਪੁਸ਼ਟ ਹੋ ਗਿਆ। ਸਰੀਰ ਪੁਸ਼ਟ ਹੋਣਾ ਫਿਰ ਮਨ ਹੋਇਆ, ਅਤੇ 5 ਬਕਾਰ ਪੁਸ਼ਟ ਹੋ ਗਏ। ਫਿਰ ਬਕਾਰਾਂ 'ਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ। ਕਾਮ ਕ੍ਰੋਧ ਕਾਂ ਕੋ ਗਾਲੇ, ਜਿਉਂ ਕੰਚਨ ਸੁਹਾਗਾ ਢਾਲੇ। ਜਿਹੜੇ ਸੋਨੇ ਨੂੰ ਢਾਲਦੇ ਆ ਨਾ, ਕਟਾਲੀ ਪਾ ਕੇ ਥੋੜ੍ਹਾ ਜਿਹਾ ਸੁਹਾਗਾ ਪਾਉਂਦੇ, ਇੱਕਦਮ ਪਾਣੀ ਬਣ ਜਾਂਦਾ। ਇਹ ਜਿਹੜੇ 5 ਬਕਾਰ ਆ, ਇਹ ਬੰਦੇ ਦੇ ਜੀਵਨ ਦਾ ਸਤਿਆਨਾਸ਼ ਕਰ ਰਹੇ ਆ। ਪਰ ਜਿੰਨਾ ਸੰਸਾਰ ਆ, ਇਹਨਾਂ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਕਰਦਾ। ਜਿਹੜੇ ਗ੍ਰਹਸਥੀ ਆ, ਇਹਨਾਂ ਨੂੰ ਪਸ਼ੂ ਪੰਛੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਜਿਹੜੇ ਪਸ਼ੂ ਪੰਛੀ ਨਰ ਮਾਦਾ, ਉਹਨਾਂ ਵਿੱਚ ਔਲਾਦ ਹੈ, ਉਹਨਾਂ 'ਚ ਕੋਈ ਵਿਸ਼ਵਾਸਨਾ ਨਹੀਂ ਹੁੰਦੀ ਅੱਗੇ ਪਿੱਛੇ। ਪਰ ਇਹ ਜਿਹੜਾ ਬੰਦਾ ਆ, ਇਹਨਾਂ 5 ਬਕਾਰਾਂ ਦੇ ਅਧੀਨ ਹੋ ਕੇ ਹਰ ਵੇਲੇ ਹਲਕਾ ਪਿਆ ਰਹਿੰਦਾ, ਕਿਵੇਂ ਜ਼ਿੰਦਗੀ ਬਰਬਾਦ ਕਰਦਾ। ਜਿਵੇਂ 2 ਅਰਣੀਆਂ ਹੁੰਦੀਆਂ, ਲੱਕੜ ਰਗੜਦੇ ਹਨ, ਅੱਗ ਪੈਦਾ ਹੋ ਕੇ ਦੋਹਾਂ ਦੀ ਸੁਆਹ ਬਣ ਜਾਂਦੀ। ਇਸਤਰੀ ਪੁਰਸ਼ ਦੇ ਸਰੀਰ 2 ਅਰਣੀਆਂ,
ਜਦੋਂ ਇਹਨਾਂ ਵਿੱਚ ਸਪਰਸ਼ ਵਿਕਾਰ ਦ੍ਰਿਸ਼ਟੀ ਪੈਦਾ ਹੁੰਦੀ ਹੈ, ਇਹ ਆਪਣੇ ਜੀਵਨ ਨੂੰ ਕਿਵੇਂ ਬਰਬਾਦ ਕਰ ਰਹੇ, ਕਿਉਂਕਿ ਇਹ ਸਿੱਖਿਆ ਨਹੀਂ ਨਾ। ਕਿਉਂਕਿ ਇਹ ਸਿੱਖਿਆ ਜਿਹੜੀ ਹੈ ਮਹਾਂਪੁਰਖਾਂ ਤੋਂ ਮਿਲਣੀ ਹੁੰਦੀ। ਸੰਗਤ ਕਰਾਂਗੇ ਫੇਰ ਆ। ਗ੍ਰਸਤੀ ਹੋਣ ਤੋਂ ਪਹਿਲਾਂ ਗ੍ਰਸਤ ਆਸ਼ਰਮ ਦਾ ਪੂਰਾ ਗਿਆਨ ਹੋਣਾ ਚਾਹੀਦਾ। ਉਹ ਗਿਆਨ ਨਾ ਹੋਣ ਦੇ ਕਾਰਨ ਅੰਧਾ ਧੁੰਦ ਦੁਨੀਆ ਤੁਰੀ ਹੋਈ ਹੈ, ਕਿਵੇਂ ਜੀਵਨ ਜਿਹੜਾ ਉਹ ਬਰਬਾਦ ਕਰ ਰਹੇ। ਇਸ ਕਰਕੇ ਉਹ ਕਹਿੰਦੇ ਆ ਵੀ ਬਹੁਤ ਭੋਗ ਪਦਾਰਥ ਖਾਣ ਨਾਲ ਸਰੀਰ ਰਿਸ਼ਟ ਪੁਸ਼ਟ ਹੁੰਦਾ, ਮਨ ਫਿਰ ਅੰਦਰ ਵਿਕਾਰ ਪ੍ਰਬਲ ਹੋ ਜਾਂਦੇ ਆ, ਵਿਕਾਰਾਂ ਦੇ ਅਧੀਨ ਹੋਇਆ ਹੋਇਆ। ਆ ਦੇਖਦੇ ਹਾਂ ਅਖਬਾਰਾਂ ਪੜ੍ਹ ਕੇ, ਇੱਕ ਰਾਵਣ ਦੀ ਗੱਲ ਕਰਦੇ ਆ, ਤੇ ਰਾਵਣ ਨੇ ਸੀਤਾ ਨੂੰ ਕੋਈ ਮਾੜੀ ਗੱਲ ਨਹੀਂ ਕੀਤੀ, ਚੱਕ ਕੇ ਲੱਗਿਆ। ਤੇ ਫਿਰ ਵੀ ਤੇ ਹੁਣ ਦੇ ਹੱਲੋਂ ਅਖਬਾਰਾਂ ਪੜ੍ਹ ਕੇ ਗੱਲ ਕਰਦੇ ਆ ਵੀ ਮਹਾਰਾਜ ਚਰਨ ਬੈਠੇ ਸ਼ਰਮ ਆਉਂਦੀ ਹੈ। ਇੰਨੇ ਇੱਥੇ ਰਾਵਣ ਪੈਦਾ ਹੋਇਆ ਜਿਹਦਾ ਹਿਸਾਬ ਹੀ ਕੋਈ ਨਹੀਂ। ਕੋਈ ਇੱਜ਼ਤ ਵਾਲੀ ਗੱਲ ਹੈਗੀ ਇੱਥੇ? ਇਹ ਸਾਰਾ ਸੰਸਾਰ ਗਰਕਣ ਤੇ ਆਇਆ ਹੋਇਆ। ਤੇ ਬਸ ਇਹ ਜਿਹੜੇ ਲੋਕ ਆ, ਹਾਕਮ ਕਹਾਏ ਹੁਕੂਮਤ ਨਾ ਹੋਏ ਦੁਨੀਆ ਦਾ ਦੀਵਾਨਾ, ਫਿਰ ਮਸਤ ਲੋਏ ਬਸਤੀ ਹੈ ਜਾੜੈਂ, ਫਿਰ ਨਾ ਬਸਾਵੇਂ ਕੂਕੇ ਪੁਕਾਰੇ ਤੋਂ ਦਾਦ ਨਾ ਪਾਵੇ। ਪਰ ਜਾ ਕੂਕ ਰਹੀ ਹੈ, ਕੋਈ ਫਰਿਆਦ ਸੁਣਦਾ, ਅੰਧਾ ਧੁੰਦ ਪਿਆ ਹੋਇਆ। ਉਹ ਜਿਵੇਂ ਚੜ੍ਹ ਜਾਂਦਾ ਨਾ ਪਹਾੜੀ ਤੇ, ਉਹਨੂੰ ਥੱਲੇ ਤੇ ਕੀੜੀਆਂ ਕਾਢੇ ਦੀਦੇ ਆ। ਜਦੋਂ ਕੁਰਸੀ ਮਿਲ ਜਾਂਦੀ ਹੈ ਫੇਰ ਨਹੀਂ ਇਹ ਪਬਲਿਕ ਨੂੰ ਦੇਖਦੇ ਕੁਛ ਵੀ। ਤੇ ਇਹੋ ਜਿਹਾ ਹਾਲ ਹੈ ਸੂਲਿਆ ਬਣਿਆ ਹੋਇਆ ਇਹਨਾਂ ਲੋਕਾਂ ਦਾ, ਕਸਾਈ ਬਣੇ ਪਏ। ਸੋ ਇਸ ਵਾਸਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਮਲਨ ਅੰਨ ਕਰ ਮਲਨ ਮਨ, ਸ਼ੁੱਧ ਅੰਨ ਕਰ ਸ਼ੁੱਧ ਜਲ ਵਿੱਚ ਤਾਂ ਸੋ ਪਵੇ ਭਵਤ ਤਥਾ ਤਿਸ ਬੁੱਧ। ਮਲੀਨ ਅੰਨ ਖਾਵਾਂਗੇ ਬੁੱਧੀ ਮਲੀਨ ਹੋ ਜਾਏਗੀ, ਸ਼ੁੱਧ ਖਾਵਾਂਗੇ ਸ਼ੁੱਧ ਬੁੱਧੀ ਹੋਏਗੀ। ਸ਼ੁੱਧ ਬੁੱਧੀ ਪਵਿੱਤਰ, ਵਿਚਾਰ ਵੀ ਪਵਿੱਤਰ ਹੋਣਗੇ, ਸੋਚ ਪਵਿੱਤਰ ਹੋਏਗੀ। ਜਿਹੜੇ ਮਲੀਨ ਖਾ ਲਿਆ ਪਰ ਬਸ ਉਹ ਹੋ ਜਾਏ, ਉਸ ਤਰ੍ਹਾਂ ਦੇ ਵਿਚਾਰ ਫਿਰ ਆਉਂਦੇ ਆ। ਸੋ ਇਸ ਕਰਕੇ ਜਿਵੇਂ ਪਾਣੀ ਦਾ ਆਪਣਾ ਨਾ ਰੰਗ ਆ, ਨਾ ਰੂਪ ਆ, ਨਾ ਆਕਾਰ ਆ। ਪਾਣੀ ਦਾ ਕੋਈ ਹੈ ਰੰਗ, ਪਾਣੀ ਦਾ ਕੋਈ ਰੂਪ ਨਹੀਂ, ਪਾਣੀ ਦਾ ਆਕਾਰ ਕੋਈ ਨਹੀਂ। ਜਦੋਂ ਗਲਾਸ ਪਾ ਦਿਓ ਗਲਾਸ ਬਣ ਜਾਂਦਾ, ਜੱਗ ਪਾ ਦਿਓ ਜੱਗ ਬਣ ਗਿਆ, ਸਰਾਈ ਪਾ ਦਿਓ ਸਰਾਈ ਬਣ ਗਿਆ, ਘੜੇ ਪਾ ਦਿਓ ਘੜਾ ਬਣ ਗਿਆ। ਲਾਲ ਰੰਗ ਪਾਤਾ ਲਾਲ ਹੋ ਗਿਆ, ਪੀਲਾ ਪਾਤਾ ਪੀਲਾ, ਹਰਾ ਪਾ ਗਿਆ ਹਰਾ। ਆਪਣਾ ਤਾਂ ਕੋਈ ਇਸ ਤਰ੍ਹਾਂ ਜਿਹੜਾ ਮਨ ਆ, ਇਹ ਜਿਹੋ ਜਿਹੀ ਚੀਜ਼ ਨਾਲ ਮਿਲਦਾ ਉਹੋ ਜਿਹਾ ਬਣ ਜਾਂਦਾ। ਜੇ ਤਾਂ ਵਿਛਈਆਂ ਪੰਬਰਾਂ ਕੋ ਬੈਠੋਗੇ ਬਸ ਫਿਰ ਤਾਂ ਉੱਧਰ ਹੀ ਆ ਸ਼ਰਾਬੀਆਂ ਕਬਾਬੀਆਂ ਨਸ਼ਈਆਂ ਵਿਛਾਈਆਂ ਬਹਿ ਜਾਓ ਬਸ। ਫਿਰ ਉਹ ਤਾਂ ਫਿਰ ਡੋਡਿਆਂ ਦੀਆਂ ਸਿਫਤਾਂ ਕਰਨ ਲੱਪਣਗੇ। ਪੋਸਤਾ ਮਨ ਦੋਸਤਾ ਤੇਰਾ ਸੋਨੇ ਜਿਹੜਾ ਹੀ ਬੂਟਾ, ਜਿਹੜਾ ਤੈਨੂੰ ਮਲ ਮਲ ਪੀਵੇ ਦੇਵੇਂ ਸੁਰਗ ਦਾ ਝੂਟਾ। ਉਹ ਨਰਕ ਦਾ ਝੂਟਾ ਦਊ ਕਿ ਸੁਰਗ ਦਾ? ਨਰਕ ਦਾ ਝੂਟਾ। ਉਹ ਡੋਡਿਆਂ ਵਾਸਤੇ ਇਹੋ ਜਿਹੀਆਂ ਗੱਲਾਂ ਬਣਾ ਲਈਆਂ ਹੈਂ। ਇਹ ਸੁੱਖ ਨਿਧਾਨ, ਸੁੱਖ ਨਿਧਾਨ ਨਹੀਂ ਦੁੱਖ ਨਿਧਾਨ ਹੈ। ਸੋ ਇਸ ਵਾਸਤੇ ਇੱਕ ਵਾਰੀ ਮਹਾਰਾਜ ਆਇਆ ਹਰਖੋਲ ਵਾਲੇ, ਉਹ ਸਰਦਾਈ ਲੈ ਤੇ ਮਹਾਰਾਜ ਕਹਿੰਦੇ ਇਹ ਕੀ? ਅਖੇ ਜੀ ਦੇਗ ਸ਼ਹੀਦੀ ਫੌਜਾਂ ਨੂੰ। ਮਹਾਰਾਜ ਕਹਿੰਦੇ ਸ਼ਹੀਦ ਭੰਗਾਂ ਪੀਂਦੇ ਹੋਏ ਚੱਕੋ ਜੁਲੀ ਦੌੜੋ। ਖਬਰਦਾਰ ਜੀ ਅੱਜ ਤੋਂ ਬਾਅਦ ਕੋਈ ਨਸ਼ਾ ਨੁਸ਼ਾ ਇੱਥੇ ਬੜਿਆ ਤੂੰ। ਚਾਹ ਵੀ ਪਾਬੰਦੀ ਸੀ, ਇਹ ਵੀ ਨਹੀਂ ਵਰਤ ਸਕਦੇ। ਸੋ ਕਹਿਣ ਤੋਂ ਭਾਵ ਇਹ ਜਿਹੜੇ ਨਸ਼ੇ ਆ ਨਾ, ਇਹ ਜੀਵਨ ਨੂੰ ਤਬਾਹ ਕਰ ਰਹੇ। ਘੋਣਿਆ ਇੱਕ ਘੁਣ, ਲੱਕੜ ਨੂੰ ਘੁਣ ਲੱਗ ਜਾਏ ਨਾ ਬਸ ਉਹ ਖੋਖਲੀ ਹੋ ਜਾਂਦੀ ਬੋਦੀ, ਬੁਰਾ ਹਾਲ। ਇਸ ਤਰ੍ਹਾਂ ਸਰੀਰ ਨੂੰ ਇਹ ਨਸ਼ੇ ਘੋਣਿਆ ਖਾ ਜਾਂਦੇ ਆ। ਜਵਾਨੀ ਤਾਂ ਮਾੜਾ ਮੋਟਾ ਚੱਲੀ ਜਾਂਦਾ, ਜਿਹੜੇ ਉਮਰ ਢਲਦੀ ਹੈ ਬਸ ਇਹ ਤਾਂ ਕਮਾਨੀਆਂ ਬਹਿ ਜਾਂਦੀਆਂ ਉੱਥੇ, ਬੁਰਾ ਹਾਲ ਹੋ ਜਾਂਦਾ। ਫਿਰ ਪਛਤਾਉਂਦਾ ਵੀ ਇਹ ਜਿੰਦਗੀ ਕਈ ਸਾਨੂੰ ਮਿਲਦੇ ਬਾਬਾ ਜੀ 10-15 ਸਾਲ ਪਹਿਲਾਂ ਮਿਲ ਜਾਂਦੇ ਆ, ਸਾਡਾ ਬੇੜਾ ਤਾਂ ਨਾ ਗੁੱਲ ਹੁੰਦਾ। ਮੈਂ ਕਿਹਾ ਵੀ ਤੁਸੀਂ ਮਿਲ ਪਾਣਾ ਸੀ, ਤੇ ਜਿਲੇ ਗਵਾ ਲਿਆ ਫਿਰ ਮਿਲੇ ਤੇ ਕੀ? ਉਹ ਤਾਂ ਫਿਰ ਜਿਵੇਂ ਕੱਪੜਾ ਪੁਰਾਣਾ ਹੋ ਜਾਏ, ਇੱਥੋਂ ਟਾਕੀ ਲੈ ਉੱਥੋਂ ਪਟ ਗਿਆ, ਉੱਥੋਂ ਲੈ ਉੱਥੋਂ ਪਟ ਗਿਆ, ਫਿਰ ਸੂਈ ਧਾਗਾ ਵੀ ਕੁਝ ਨਹੀਂ ਕਰਦਾ। ਜਿਹੜੇ ਸਰੀਰ ਜਰਜਰੀ ਭੂਤ ਹੋ ਜਾਂਦਾ, ਫਿਰ ਸੋਨੇ ਦੇ ਕੁਸ਼ਤੇ ਬਣਾ ਕੇ ਖਾਈ ਜਾਓ, ਕਸਤੂਰੀਆਂ ਖਾਈ ਜਾਓ, ਕੋਈ ਦਵਾਈ ਦੂਈ ਫਿਰ ਸਹਾਇਤਾ ਨਹੀਂ ਕਰਦੀ। ਤੇ ਜੇ ਪਹਿਲਾਂ ਸੰਜਮ ਵਿਵੇਕ ਨਾਲ ਚੱਲੀਏ ਫਿਰ ਤਾਂ ਉਹ ਜੀਵਨ ਵਧੀਆ ਰਹਿੰਦਾ। ਹੁਣ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਦੇ ਲੋ ਪਿੰਡਰਾਂ ਵਾਲੇ 102 ਜਾਂ 3 ਸਾਲ ਦੇ ਗੁਜ਼ਰੇ ਆ, ਟੱਲੀ ਵਰਗਾ ਸਰੀਰ ਆ,
ਭਾਂਡੇ ਆਪਣੇ ਆਪ ਮਾਂਜਦੇ ਸੀ, ਝਾੜੂ ਆਪਣੇ ਆਪ ਦਿੰਦੇ ਸੀ, ਕੱਪੜੇ ਆਪਣੇ ਆਪ ਧੋਂਦੇ ਸੀ। ਗੁਰੂ ਗ੍ਰੰਥ ਮਹਾਰਾਜ ਚਰਨਾਂ ਜਾਣਾ, ਕਈ ਪ੍ਰਕਰਮਾਂ ਕਰਨੀਆਂ, ਨਿਸ਼ਾਨ ਛੱਡਣੇ ਕਈ ਕਿ ਗੁਰਦੁਆਰੇ ਦੇ ਬਾਹਰ ਪ੍ਰਕਰਮਾਂ ਜੁਦੀਆਂ, ਚੌਰ ਕਈ ਕਰੀ ਜਾਣਾ। ਹੁਣ ਸਤਿਯੁਗ ਦੀ ਉਮਰ 400 ਸਾਲ, ਤ੍ਰੇਤੇ ਦੀ 300, ਦੁਆਪਰ ਦੀ 200, ਕਲਯੁਗ ਦੀ 100। ਉਹ 2 ਸਾਲ ਵੱਧ ਭੋਗੇ। ਕਲਯੁਗ ਨੇ ਕਿਹਾ ਤੁਸੀਂ ਬਾਬਾ ਜੀ ਵਿਵੇਕੀ ਰਹੇ ਆ, ਤੁਹਾਨੂੰ 2 ਸਾਲ ਵੱਧ ਦੇ ਦਿੰਦੇ ਆ। ਹਾਂਜੀ, ਹੈ ਤਾਂ 100 ਆ ਨਾ, ਪਰ ਜਿਹੜਾ ਫਿਰ ਸੰਜਮ ਵਿਵੇਕ ਨਹੀਂ ਕਰਦਾ, ਆ 40 ਸਾਲਾਂ ਤੇ ਗੁੱਗਾ ਪੂਜ ਹੋ ਰਿਹਾ। ਬਾਚੀਆਂ ਨਿਕਲੀਆਂ, ਕਿਸੇ ਕੁੜੀ ਮੁੰਡੇ ਦੇ ਚਿਹਰੇ ਤੇ ਕੋਈ ਆਪ ਰੌਣਕ ਹੈ? ਕੁਛ ਵੀ ਨਹੀਂ, ਨਾ ਕੋਈ ਸੇਵਾ, ਨਾ ਕੋਈ ਸਿਮਰਨ, ਨਾ ਕੋਈ ਸਤਸੰਗ। ਬਸ ਇਸ ਤਰ੍ਹਾਂ ਦਾ ਹਾਲ ਬਣਿਆ ਹੋਇਆ। ਸੋ ਇਸ ਵਾਸਤੇ ਬੇਦੀਨਾ ਕੀ ਦੋਸਤੀ, ਬੇਦੀਨਾ ਕਾ ਖਾਣ, ਬੇਦੀਨਿਆਂ ਨਾਲ ਦੋਸਤੀ। ਬੇਦੀਨਿਆਂ ਨਾਲ ਬਹਿ ਕੇ ਤਰਕਾਰੀਆਂ ਖਾਣੀਆਂ, ਪਟਾਕੇ ਮਾਰਨੇ, ਸਿਨੇਮਿਆਂ, ਕਲੱਬਾਂ, ਪੱਬਾਂ ਵਿੱਚ ਜਾ ਕੇ ਕਿਸ ਤਰ੍ਹਾਂ। ਪਰ ਜਿਹੜੇ ਗੁਰਮੁਖ ਪਿਆਰੇ ਆ, ਉਹ ਤਾਂ ਫਿਰ ਗੁਰੂ ਕੀ ਸੰਗਤ 'ਚ ਬਹਿੰਦੇ, ਮਹਾਂਪੁਰਖਾਂ ਦੀ ਵਿਵੇਕ ਵਾਲੇ ਪੁਰਸ਼। ਜਿੰਨੇ ਸੇਵਾਦਾਰ ਸਾਰੇ ਵਿਵੇਕ 'ਚ। ਆਪਣਾ ਅੰਨ ਪੈਦਾ ਕਰੋ, ਆਪਣਾ ਖਾਓ। ਖੰਡ ਵੀ ਨਹੀਂ, ਗੁੜ ਆਪਣਾ ਬਣਾ ਕੇ, ਸ਼ੱਕਰ ਆਪਣੀ ਬਣਾ ਕੇ, ਅਤੇ ਪਵਿੱਤਰਤਾ ਦਾ ਜੀਵਨ। ਇਸ ਕਰਕੇ ਇਹ ਹੈ ਕਿ ਭੋਜਨ ਦੀ ਸ਼ੁੱਧੀ ਜਿਹੜੀ ਹੈ ਉਹ ਅੰਤਿਸ਼ਕਰਨ ਮਨ ਨੂੰ ਸ਼ੁੱਧ ਕਰਦੀ ਹੈ, ਬੁੱਧੀ ਨੂੰ ਸ਼ੁੱਧ ਬੁੱਧੀ ਹੋਵੇ, ਵਿਵੇਕ ਪੈਦਾ ਹੁੰਦਾ, ਵਿਵੇਕ ਵਿਚਾਰ ਆ ਜਾਏ, ਫਿਰ ਬੰਦਾ ਕੋਈ ਗਲਤ ਕੰਮ ਕਰੇਗਾ ਹੀ ਨਹੀਂ। ਇਸ ਵਾਸਤੇ ਇਸ ਤਰ੍ਹਾਂ ਫਿਰ ਵਿਹਾਰ ਵੀ ਹੈ, ਲੈਣ ਦੇਣ ਆ ਜਿਹੜਾ ਲੋਕਾਂ ਨੂੰ। ਜਿਹੜੇ ਗਰਜ ਹੁੰਦੀ ਹੈ, ਬਾਪੂ ਜੀ ਗਰਜ ਸਾਰੋ, ਜਿਹੜੇ ਦੇਣੇ ਆ ਫਿਰ ਅੱਖੇ ਨਹੀਂ ਰਲਾਉਣੇ, ਫਿਰ ਲੈ ਲਓ ਅਦਾਲਤਾਂ 'ਚ ਧੱਕੇ ਖਾਂਦੇ ਫਿਰਦੇ, ਕੀ ਕੁਝ ਹੁੰਦਾ। ਕਈਆਂ ਦਾ ਵਿਹਾਰ ਇੰਨਾ ਭੈੜਾ, ਦੇਣ ਦੇਣ। ਸੋ ਇਸ ਤਰ੍ਹਾਂ ਹੁਣ ਸੰਤਾਂ ਕੋ ਪੜ੍ਹੇ ਇੰਨਾ ਵਿਹਾਰ ਵਧੀਆ, ਉਹ ਸੌਦਾ ਸੂਦ ਮੋਗਿਓ ਮੰਗਵਾਉਣਾ, ਬਾਬਾ ਰਹਿਣ ਦਿਓ, ਨਹੀਂ ਬਈ ਇਹ ਵਿਹਾਰ ਹੈ, ਇਹ ਤੁਸੀਂ ਆਪਣਾ ਲਓ। ਬਾਕੀ ਸ਼ਰਧਾ ਨਾਲ ਮੱਥਾ ਟੇਕਣਾ ਉਹ ਗੱਲ ਵੱਖਰੀ ਹੁੰਦੀ, ਨਾ ਕਿਸੇ ਦਾ ਪੈਸਾ ਦੇਣਾ ਨਾ ਲੈਣਾ, ਇੰਨਾ ਸੁੱਧ। ਅਤੇ ਕਈ ਆ ਮਰ ਜਾਂਦੇ ਆ, ਲੋਕਾਂ ਦੇ ਪੈਸੇ ਦਿੱਤੇ ਹੁੰਦੇ ਆ, ਉਹ ਦਿੱਤੇ ਨਹੀਂ, ਫਿਰ ਮਰ ਕੇ ਦੁਬਾਰਾ ਦੇਣ ਆਉਣਗੇ, ਲੇਖਾ ਦੇਣਾ ਹੀ ਪੈਣਾ। ਜਾਂ ਹਰਵਿੰਦ ਬੈਲ ਬਰਾਨੇ ਹੋਈ ਹੈ, ਉਹ ਕਬੀਰ ਸਾਹਿਬ ਦੇ ਨੂੰ ਉਹ ਛਕ ਛਕਾ ਕੇ ਪਿਆ ਰਹਿਣਾ। ਕਬੀਰ ਸਾਹਿਬ ਕਹਿੰਦੇ ਉਹ ਭਜਨ ਕਰਿਆ ਕਰ, ਕਹਿੰਦੇ ਜਾ ਤੂੰ ਜਲਾ, ਮੈਨੂੰ ਸਿੱਖਿਆ ਦੇਣਾ, ਮੈਂ ਤਾਂ ਬ੍ਰਾਹਮਣ ਜਾਤੀ। ਕਹਿੰਦੇ ਦੇਖ ਲਾ ਵੀ ਲੇਖਾ ਦੇਣਾ ਹੀ ਪੈਣਾ। ਫਿਰ ਉਹ ਬੈਲ ਬਣ ਗਿਆ, ਉੱਥੇ ਆ ਗਿਆ, ਤੁਰੇ ਨੂੰ ਉਹ ਕੁੱਟਣ, ਅਤੇ ਕਬੀਰ ਸਾਹਿਬ ਆ ਗਿਆ, ਉਹਨੇ ਪਛਾਣ ਲਿਆ ਵੀ ਤਾਂ ਉਹ ਉਹ ਕਹਿੰਦੇ ਤੁਰ ਪਾ, ਹੁਣ ਲੇਖਾ ਸਿੱਧਾ ਹੋ ਕੇ ਦੇ। ਉੱਥੇ ਫਿਰ ਸ਼ਬਦ ਉਚਾਰਿਆ ਨਾ, 4 ਪਾਂਬ 2 ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਊਠ ਵੈ ਠੇਗਾ ਪਰ ਹੈ, ਤਬ ਕਦ ਮੂੰਡ ਲਕਈ ਹੈ, ਹਰ ਬਿਨ ਬੈਲ ਬਰਾਨੇ ਹੋਈ। ਕਹਿੰਦੇ ਫਿਰ ਤੇਰੇ 4 ਪੈਰ ਹੋਣਗੇ, ਮੂੰਹ ਤੋਂ ਗੁੰਗਾ ਹੋਏਗਾ, 2 ਸਿੰਘ ਪੂਛ ਹੋਊਗੀ, ਫਿਰ ਪ੍ਰੈਣੀਆਂ ਆਰਾਂ ਪੈਣਗੀਆਂ। ਹਰੀ ਦੇ ਨਾਮ ਤੋਂ ਬਿਨਾਂ ਬਗਾਨੇ ਬੈਲ ਬਣਨਾ ਪੈਂਦਾ, ਫਿਰ ਤਾਂ ਗੂਣਾ ਢੋਣੀਆਂ ਪੈਂਦੀਆਂ। ਇਸ ਵਾਸਤੇ ਫਿਰ ਪਸ਼ੂਆਂ 'ਚ ਢੋਰ ਪਸ਼ੂ, ਖੱਚਰਾਂ ਦੇ ਵਿੱਚ ਭੈੜੀਆਂ ਜੂਨਾਂ 'ਚ ਜਾਣਾ ਪੈਂਦਾ। ਇਸ ਕਰਕੇ ਮਨੁੱਖ ਦੇ ਮਿਲੀ ਹੈ, ਇਹਦੀ ਅਸੀਂ ਕਦਰ ਨਹੀਂ ਕਰਦੇ, ਇਹਦੀ। ਅਤੇ ਸਾਨੂੰ ਦਿੱਤੀ ਆ ਕੀੜੇ ਮਕੌੜੇ ਦੇ ਲੋ, ਕਈ ਮਨੁੱਖ ਆ ਟੱਪਰੀ ਵਾਸ ਵਿਚਾਰੇ, ਮਾਫ ਕਰਨਾ ਪਰਮੇਸ਼ਰ ਬਖਸ਼। ਜਿਹੜੇ ਕਦੇ ਲੰਘੀ ਦਾ ਕਿ ਹੇ ਪਰਮੇਸ਼ਰਾ, ਧੀਆਂ ਭੈਣਾਂ ਸਾਰੇ ਨੇ ਇੱਕੋ ਜਿਹੀਆਂ ਹੀ ਆ, ਇਹਨਾਂ ਗਰੀਬਾਂ ਦਾ ਦਿੱਲੀ ਛੱਤ ਥੱਲੇ ਕਿਸ ਤਰ੍ਹਾਂ ਦਾ ਹਾਲ ਹਵਾਲ ਹੈ। ਸੋ ਇਸ ਵਾਸਤੇ ਇੱਕ ਗਰੀਬ ਕਿੰਨੇ ਕੋਈ ਗੰਤ ਨਹੀਂ। ਅਤੇ ਹੁਣ ਆ ਸਰਕਾਰਾਂ ਜ਼ਾਲਮ ਬਣ ਜਾਣ ਤੇ ਦੇਖ ਲਓ ਕਿਸ ਤਰ੍ਹਾਂ ਉਹ ਵੀ ਨੀਲੀਆਂ ਛਤਰਿਆਂ ਥੱਲੇ ਜਾ ਵਿਚਾਰੇ ਬੈਠੇ, ਮਾਈਆਂ ਦਾਈਆਂ ਵੀ ਬੈਠੀਆਂ, ਬੱਚੇ ਵੀ ਹੈ, ਪੁਰਸ਼ ਵੀ ਬੈਠੇ, ਹਾਲ ਪੈ ਰਿਹਾ, ਸੁਣਾਈ ਨਹੀਂ। ਕੁਰਸੀ ਮਿਲ ਜਾਂਦੀ ਹੈ, ਹੰਕਾਰ ਆ ਜਾਂਦਾ, ਉਹ ਫਿਰ ਥੱਲੇ ਹੁਣ ਤਾਂ ਥੰਮਦਾ ਹੀ ਕੁਝ ਨਹੀਂ, ਅਤੇ ਬਸ ਮੈਂ ਹੀ ਹਾਂ। ਅਤੇ ਜਦੋਂ ਗਰਜ ਹੁੰਦੀ ਹੈ, ਫਿਰ ਦੇ ਲੋਕ ਕਿਵੇਂ ਗਲੀਓ ਗਲੀ ਘੁੰਮਦੇ, ਜਦੋਂ ਸੱਤਾ ਆ ਜਾਂਦੀ ਹੈ, ਇਹ ਕੌਣ ਹੁੰਦੇ। ਸੋ ਇਸ ਵਾਸਤੇ ਇਹ ਚੀਜ਼ਾਂ ਜਿਹੜੀਆਂ ਪੈਦਾ ਹੁੰਦੀਆਂ। ਸੋ ਇਸ ਕਰਕੇ ਵਿਹਾਰ ਜਿਹੜਾ ਇਹ ਵੀ ਸਹੀ ਚਾਹੀਦਾ। ਹਰੇਕ ਵਿੱਚ ਆਤਮਾ ਪਰਮਾਤਮਾ ਨੂੰ ਦੇਖ ਕੇ ਜਦੋਂ ਵਿਚਰਾਂਗੇ, ਫਿਰ ਆਪਾਂ ਬੁਰਾ ਕਿਸੇ ਦਾ ਕਿਵੇਂ ਕਰਾਂਗੇ। ਇਹ ਸਾਰਿਆਂ 'ਚ ਉਹਦੀ ਆਤਮਾ ਹੈ, ਉਹੀ ਹੈ, ਪਰਮਾਤਮਾ ਹੀ ਹੈ।
ਉਹ ਤਾਂ ਫਿਰ ਸਭ ਦਾ ਭਲਾ ਸੋਚਦਾ ਨਾ। ਅਤੇ ਜਿਹੜਾ ਫਿਰ ਹੰਕਾਰ ਨਾਲ ਭਰ ਜਾਂਦਾ ਉਹ ਫਿਰ ਬੰਦੇ ਨੂੰ ਬੰਦਾ ਨਹੀਂ ਸਮਝਦਾ। ਸੋ ਇਸ ਤਰ੍ਹਾਂ ਆਚਾਰ ਚਾਲ ਚੱਲਣ ਆ, ਅਤੇ ਚਾਲ ਚੱਲਣ ਵੀ ਸ਼ੁੱਧ ਹੋਏਗਾ ਅਤੇ ਸਤਿਕਾਰ ਪਿਆਰ ਵੀ ਮਿਲੇਗਾ। ਹੁਣ ਬਾਬਾ ਦੀਪ ਸਿੰਘ ਦੇ ਵੱਲੋਂ ਬਾਲ ਜੋਤੀ ਸੀ, ਉਹ 60,000 ਲੜਕੀ ਲਈ ਜਾਂਦੇ ਚੜਾਈਆਂ, ਆਪ ਦੇ ਉਹ ਬ੍ਰਹਮਚਾਰੀ ਸੀਗੇ ਬਾਲ ਜੋਤੀ। ਅਤੇ ਜਿੰਨੀ ਸੰਗਤ ਅੱਜ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਦੀ ਆ, ਉਨੀ ਬਾਬਾ ਦੀਪ ਸਿੰਘ ਨੂੰ ਟੇਕਦੀ ਆ। ਉਹਨਾਂ ਦੇ ਚਾਲ ਚੱਲਣ ਨੂੰ ਮੱਥਾ ਟੇਕ ਹੋ ਰਿਹਾ। ਬੰਦੇ ਤਾਂ ਜਿੱਦਣ ਬਾਬਾ ਦੀਪ ਸਿੰਘ ਜੀ ਜਨਮੇ ਉਦਣ ਹੋਰ ਵੀ ਜੰਮੇ ਹੋਣੇ ਆ, ਬਥੇਰੇ ਜੰਮੇ ਹੋਣੇ ਆ। ਕਈ ਅਮੀਰ ਘਰਾਂ ਦੇ ਹੋਣਗੇ, ਕਈ ਵਜ਼ੀਰਾਂ ਦੇ ਹੋਣਗੇ, ਕਈ ਰਜਵਾੜਿਆਂ ਨਵਾਬਾਂ ਦੇ ਹੋਣਗੇ, ਪਰ ਬਾਬਾ ਦੀਪ ਸਿੰਘ ਜੀ ਮਹਾਰਾਜ, ਭਾਈ ਮਨੀ ਸਿੰਘ ਸਾਹਿਬ ਕਿਉਂ ਮੱਥੇ ਟੇਕਦੇ ਆ? ਚਾਲ ਚੱਲਣ, ਗੁੱਡ ਕੰਡਕਟ, ਸ਼ੁੱਧ ਜੀਵਨ, ਪਵਿੱਤਰ ਜੀਵਨ। ਕਿਉਂਕਿ ਮਾਰਨ ਕਾ ਸੱਚੋਂ ਉਰਿਆ ਸਭ ਕੋ ਉੱਪਰ ਸੱਚ ਆਚਾਰ। ਕਹਿੰਦੇ ਸੱਚ ਬਹੁਤ ਚੰਗੀ ਚੀਜ਼ ਹੈ, ਕਹਿੰਦੇ ਸੱਚ ਤੋਂ ਉੱਪਰ ਵੀ ਕੋਈ ਚੀਜ਼ ਹੈ, ਕਹਿੰਦੇ ਸੱਚਾ ਚਾਲ ਚੱਲਣ। ਕਈ ਬੰਦੇ ਸੱਚ ਬੋਲਦੇ ਆ ਪਰ ਚਾਲ ਚੱਲਣ ਸਹੀ ਨਹੀਂ। ਸੱਚ ਬੋਲਦੇ ਆ, ਮੈਂ ਸ਼ਰਾਬ ਪੀਤੀ ਹੈ ਦੱਸ ਦਿੰਦੇ ਆ, ਪਰ ਛੱਡੀ ਨਹੀਂ। ਮੀਟ ਖਾਧਾ ਦੱਸ ਦਿੰਦੇ ਆ, ਛੱਡਿਆ ਨਹੀਂ। ਚੋਰੀ ਕੀਤੀ ਦੱਸ ਦਿੰਦੇ ਆ, ਸੱਚ ਬੋਲੇ, ਛੱਡੀ ਨਹੀਂ। ਜੂਆ ਖੇਲਿਆ ਦੱਸਦੇ ਮੈਂ ਜੁਆਰੀਆਂ, ਛੱਡਿਆ ਤਾਂ ਨਹੀਂ। ਆਚਾਰ ਨਹੀਂ ਨਾ ਬਣਾਇਆ। ਜਿਨ੍ਹਾਂ ਦਾ ਆਚਾਰ ਬਣ ਜਾਂਦਾ ਉਹ ਫਿਰ ਗਲਤ ਕੰਮ ਨਹੀਂ ਕਰਦੇ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੱਚ ਤੋਂ ਉੱਪਰ ਵੀ ਕੋਈ ਚੀਜ਼ ਆ, ਉਹ ਹੈ ਸੱਚਾ ਆਚਾਰ, ਸੱਚਾ ਚਾਲ ਚੱਲਣ। ਬੰਦੇ ਦਾ ਜਿਹੜਾ ਨੇਕ ਚਾਲ ਚੱਲਣ ਹੈ ਉਹਦੀ ਪੂਜਾ ਹੁੰਦੀ, ਉਹਨੂੰ ਲੋਕ ਨਮਸਕਾਰਾਂ ਕਰਦੇ, ਸਤਿਕਾਰ ਪਿਆਰ ਕਰਦੇ। ਸੋ ਇਸ ਵਾਸਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਨਸਾਨ ਧਾਰੇ ਅਤੇ ਜੀਵਨ ਜਿਹੜਾ ਸਫਲ ਹੁੰਦਾ। ਪਰ ਸਾਡੀ ਹਾਲਤ ਕੀ ਹੈ? ਉਹ ਜਿਵੇਂ ਕੋਈ ਜੱਟ ਪੁੱਤ ਹਲ ਵਾਹੁੰਦੇ ਸੀ, ਉੱਥੋਂ ਫਿਰ ਮੱਘੀ ਇੱਕ ਮਿਲ ਗਈ, ਉਹ ਮੋਹਰਾਂ ਨਾਲ ਭਰੀ ਹੋ। ਬਾਹਰ ਗਾਰੇ ਗੋਰਿਆਂ ਲਿਬੜੀ ਸੀ, ਮਿੱਟੀ ਚੀਕਣੀ ਸੀ, ਉਹ ਰਾਹ 'ਚ ਨਦੀ ਸੀ। ਕੁਛ ਤਾਂ ਬੜੇ ਪਹਿਲਾਂ ਵੀ ਐਵੇਂ ਟੁੱਟ ਮਰਦੇ ਰਹਿੰਦੇ ਸੀ, ਕੁਝ ਵੀ ਨਾ ਪੱਲੇ ਪੈਂਦਾ। ਕਿਆ ਦਾ ਮੌਜ ਹੋ ਗਈ, ਮਹਾਰਾਜ ਨੇ ਸੁਣ ਲਈ ਸਾਡੀ, ਇਹਨੂੰ ਧੋ ਲਈਏ। ਮਿੱਟੀ ਚੀਕਣੀ, ਉਹ ਨਦੀ ਦੇ ਕਿਨਾਰੇ ਤੁਹਾਨੂੰ ਪਤਾ ਉਹੋ ਜਿਹੇ ਹੁੰਦੇ, ਕਿਹੜਾ ਘਾਟ ਸੀ, ਉਹ ਧੋਣ ਲੱਗੇ, ਪੈਰ ਤਿਲ ਗਿਆ ਤਾਂ ਮੱਖੀ ਜੇ ਰੁੜ ਗਈ, ਆਪ ਬਚੇ ਮਸੀਂ, ਡੁੱਬੇ ਨਹੀਂ। ਘਰ ਆ ਗਿਆ, ਬੜਾ ਕੋਸਾ ਜਿਹਾ ਮੂੰਹ ਹੋਇਆ। ਉਹ ਬੀਬੀ ਕਹਿੰਦੀ ਕੀ ਗਵਾਚ ਗਿਆ ਅੱਜ, ਬੜਾ ਗੁੱਸੇ ਜਿਹਾ ਬਣਿਆ। ਉਹ ਕਹਿੰਦੇ ਕੀ ਦੱਸੀਏ ਵੀ ਆਪਾਂ ਨੂੰ ਮੋਹਰਾਂ ਦੀ ਮੱਗੀ ਮਿਲੀ ਸੀ, ਹੱਥੋਂ ਚਲ ਗਈ। ਕਹਿੰਦੇ ਕਿਵੇਂ? ਅਖੇ ਇਉਂ ਹੋਈ। ਹਾਂਜੀ, ਉਹ ਕਹਿੰਦੇ ਵੀ ਮੱਗੀ ਕਿਵੇਂ ਚਲ ਗਈ? ਬੀਬੀ ਪੁੱਛਦੀ। ਕਹਿੰਦੇ ਧੋਵਤ ਗਈ, ਧੋਂਦਿਆਂ ਚਲ ਗਈ। ਹੈਂ, ਉਹ ਕਹਿੰਦੇ ਵੀ ਨਾ ਧੋਂਦੇ। ਹਾਂਜੀ, ਘਰ ਚੱਲ ਧੋਂਦੇ, ਘਰ ਜਾ ਕੇ ਧੋ ਲੈਂਦੇ, ਵੀ ਘਰ ਆ ਕੇ ਧੋ ਲੈਂਦੇ, ਉੱਥੇ ਗੱਲ ਧੋਣੀ ਸੀ। ਹੈਂ, ਧੋਵਤ ਗਈ, ਧੋਂਦਿਆਂ ਚਲ ਗਈ। ਹਾਂਜੀ, ਕਾਹਨੂੰ ਧੋਣੀ ਸੀ ਉੱਥੇ? ਘਰ ਚੱਲ ਧੋਂਦੇ, ਘਰ ਜਾ ਕੇ ਧੋ ਲੈਂਦੇ। ਉਹ ਕਹਿੰਦੇ ਹੁਣ ਤਾਂ ਰੁੜ ਗਈ, ਹੁਣ ਸਿਆਪਾ ਕਰਨ ਦਾ ਕੀ ਫਾਇਦਾ? ਇਸ ਤਰ੍ਹਾਂ ਮਨੁੱਖ ਜਨਮ ਮਿਲਿਆ, ਇਹਨੂੰ ਇਨਸਾਨ ਕਿਵੇਂ ਫਜ਼ੂਲ ਗਵਾ ਰਿਹਾ। ਸੁਣਦੀਆਂ ਕਿ ਨਹੀਂ? ਆਪਣੇ ਬੱਚਿਆਂ ਦੇ ਉੱਤੇ ਇਹਨਾਂ ਦੇ ਨਾਲ ਕਰੋ। ਇਹ ਨਹੀਂ, ਬੱਚੇ ਤਾਂ ਜਾਨਵਰ ਵੀ ਪੈਦਾ ਕਰੀ ਜਾਂਦੇ ਆ, ਜਾਨਵਰਾਂ ਦੇ ਬੱਚੇ ਜਾਨਵਰ ਹੀ ਆ। ਕੋਈ ਨੇ ਰਾਜ ਖੇਤਰ, ਕੋਈ ਖਿੱਤਾ ਕੋਈ ਬਣਾਇਆ, ਮਨੁੱਖ ਹੈ 83 ਲੱਖ ਜੂਨਾਂ ਦਾ ਸਰਦਾਰ। ਅਤੇ ਜੇ ਮਨੁੱਖ ਬਣ ਜਾਏ, ਇਹ ਬਹੁਤ ਵੱਡੀ ਗੱਲ ਹੈ। ਫਰਿਸ਼ਤਾ ਬਣ ਜਾਏ ਫਿਰ ਤਾਂ, ਜੇ ਸੰਤ ਮਹੰਤ ਬਣ ਜਾਏ ਫਿਰ ਤਾਂ ਗੱਲ ਬਹੁਤ ਵੱਡੀ ਹੈ। ਕੋਈ ਮਹਾਂਪੁਰਖ ਬਣ ਜਾਏ, ਕੋਈ ਸੂਰਮਾ ਯੋਧਾ ਦਾਨਵੀਰ ਬਣ ਜਾਏ। ਨਹੀਂ ਤਾਂ ਸ਼੍ਰੀ ਗੁਰੂ ਰਾਮਦਾਸ ਕਹਿੰਦੇ ਨਾ, ਜਿਨ ਹਰ ਹਿਰਦੈ ਨਾਮ ਨਾ ਵਸਿਓ ਤੈਨ ਮਾਤ ਕੀਜਿਆ ਹਰ ਬੰਝ। ਕਹਿੰਦੇ ਜਿਨ੍ਹਾਂ ਦੇ ਹਿਰਦੇ ਪਰਮੇਸ਼ਰ ਦਾ ਨਾਮ ਨਹੀਂ ਨਾ ਵਸਿਆ, ਇਹ ਨਿਰੰਕਾਰ ਉਹਨਾਂ ਮਾਈਆਂ ਨੂੰ ਸੰਢ ਔਰਤਾਂ ਬਣਾ ਦੇ, ਉਹਨਾਂ ਨੂੰ ਪੁੱਤਰੇ ਨਾ ਜੰਮਣ, ਦੁਨੀਆ ਨੂੰ ਕਲੰਕਿਤ ਨਹੀਂ ਕਰਨਗੇ। ਧੰਨ ਗੁਰੂ ਰਾਮਦਾਸ ਕਹਿੰਦੇ ਉਹਨਾਂ ਨੂੰ ਬੱਚਾ ਹੀ ਨਾ ਜਮਾ,
ਉਹ ਗਲਤ ਕੀੜੇ ਪੈਦਾ ਕਰਕੇ ਸਾਰਾ ਵਾਤਾਵਰਨ ਖਰਾਬ ਕਰਨਗੇ। ਧੰਨ ਗੁਰੂ ਰਾਮਦਾਸ ਜਿਨ੍ਹਾਂ ਦੇ ਹਿਰਦੇ 'ਚ ਨਾਮ ਨਹੀਂ ਬਸ, ਕਹਿੰਦੇ ਉਹਨਾਂ ਮਾਈਆਂ ਨੂੰ ਨਾ ਬਾਂਝ ਕਰ ਦੇ, ਉਹ ਬੱਚਾ ਜਮਾਉਣ ਦੇ ਕਾਬਲ ਹੀ ਨਾ ਹੋਣ। ਸੋ ਇਸ ਵਾਸਤੇ ਇਹ ਹੈ ਕਿ ਆਪਾਂ ਹੁਣ ਦੇਖਦੇ ਨਹੀਂ, ਇਹ ਲਾਡ ਲੂੜ ਜਿਹਾ ਇਹਦੇ ਵਿੱਚ ਚੱਲ ਹੋਊ ਸੁਧਰ ਜੂ ਐਵੇਂ ਹੋ ਜੂ, ਉਹ ਵਿਗੜਦੇ ਵਿਗੜੀ ਜਾਂਦੇ। ਫਿਰ ਨਾ ਤੁਹਾਡੇ ਜੋਗੇ, ਨਾ ਸਾਧਾਂ ਜੋਗੇ, ਨਾ ਆਪਣੇ ਜੋਗੇ, ਕਾਹੀ ਜੋਗੇ ਵੀ ਨਹੀਂ ਰਹਿੰਦੇ, ਕਿਸੇ ਪਾਸੇ ਜੋਗੇ ਵੀ ਨਹੀਂ ਰਹਿੰਦੇ ਕਿ ਨਹੀਂ। ਨਾ ਉਹ ਮਾਪੇ ਜੋਗੇ, ਨਾ ਉਹ ਸੰਗਤ ਜੋਗੇ, ਤੇ ਨਾ ਉਹ ਬੀਬੀਆਂ ਦੇਵੀਆਂ ਜੋਗੇ, ਨਾ ਆਪਣੇ ਜੋਗੇ। ਉਹ ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਹੀ ਬਰਬਾਦ ਹੋ ਜਾਂਦਾ। ਅੱਜ ਸਾਰੇ ਸੰਸਾਰ ਦਾ ਢਾਂਚਾ ਇਸ ਤਰ੍ਹਾਂ ਦਾ ਹੋਇਆ। ਕੱਲ੍ਹ ਹੁਣ ਬਲੈਤੋਂ ਫੋਨ ਆਇਆ, ਹਾਲਾਂਕਿ ਟੀਕੇ ਸ਼ੀਕੇ ਲਾਉਣ, ਉਹ ਕਹਿੰਦੇ ਟੀਕੇ ਰਿਐਕਸ਼ਨ ਕਰੀ ਜਾਂਦੇ ਆ। ਪਹਿਲਾਂ ਤਾਂ ਬੜੇ ਹੁੱਬੇ ਵੀ ਟੀਕਾ ਕੱਢ ਲਿਆ, ਉਹ ਕਹਿੰਦੇ ਜਿਨ੍ਹਾਂ ਦੇ ਲਾਏ ਉਹ ਰਿਐਕਸ਼ਨ ਕਰਤਾ। ਕਿਉਂ? ਪਰਮੇਸ਼ਰ ਜਦ ਤੱਕ ਵਿੱਚ ਨਹੀਂ ਨਾ ਵੈਦਾ ਸੰਦਾ ਸੰਗ ਇਕੱਠਾ ਹੋਇਆ, ਅਬ ਖਦਾਏ ਰਾਸ ਵਿੱਚ ਆਪ ਖਲੋਇਆ। ਵੈਦਾਂ ਡਾਕਟਰਾਂ ਸੰਗ ਇਕੱਠਾ ਹੋ ਗਿਆ, ਜਿੰਨਾ ਚਿਰ ਉਹ ਨਹੀਂ ਵਿੱਚ ਕੱਢਦਾ ਨਾ, ਉਹਦੀ ਓਟ ਨਹੀਂ ਲੈਂਦੇ। ਇਹ ਦਵਾਈ ਜਿਹਨੂੰ ਅੰਮ੍ਰਿਤ ਬਣਾਉਂਦੇ ਉਹ ਵੀ ਜ਼ਹਿਰ ਬਣ ਜਾਂਦੀ ਹੈ, ਅਤੇ ਜੇ ਉਹ ਕਿਰਪਾ ਕਰਦਾ ਹੈ ਤਾਂ ਜ਼ਹਿਰ ਨੂੰ ਅੰਮ੍ਰਿਤ ਵਿੱਚ ਬਦਲ ਦਿੰਦਾ। ਧੰਨ ਧੰਨ ਬਾਬਾ ਖੁਦਾਵੰਦ ਸਿੰਘ ਜੀ ਮਹਾਰਾਜ ਅਤੇ ਗੁਰੂ ਗ੍ਰੰਥ ਸਾਹਿਬ ਹੈ ਨਾ, ਤੈਸਾ ਸਵਰਨ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਇਹ ਜਿਹੜਾ ਬ੍ਰਹਮ ਗਿਆਨੀ ਨੂੰ ਅੰਮ੍ਰਿਤ ਅਤੇ ਜ਼ਹਿਰ ਇੱਕੋ ਜਿਹੇ ਹੈ। ਕਹਿੰਦੇ ਕਮਾਲ ਦੀ ਗੱਲ ਹੈ, ਇਹ ਕਿਵੇਂ ਹੋਇਆ ਵੀ ਜ਼ਹਿਰ ਅਤੇ ਅੰਮ੍ਰਿਤ ਇੱਕੋ ਜਿਹਾ ਹੈ? ਉਹ ਕਹਿੰਦੇ ਵੀ ਹਾਂ, ਜਿਹੜਾ ਸਾਂਖੀਆ ਉਹ ਤੁਹਾਡੇ ਲਈ ਸਾਂਖੀਆ, ਸਾਡੇ ਲਈ ਸਾਂਖੀਆ ਨਹੀਂ। ਜਿਹੜਾ ਵੈਦ ਆ ਉਹ ਸਾਂਖੀ ਨੂੰ ਅੰਮ੍ਰਿਤ ਬਣਾਉਂਦਾ, ਕੁਸ਼ਤਾ ਬਣਾਉਂਦਾ। ਕਹਿੰਦੇ ਜਿਹੜੇ ਦੋਸ਼ ਹੈ ਦੁਨੀਆ ਲਈ, ਪਰ ਮਹਾਂਪੁਰਖ ਇਹਨਾਂ ਨੂੰ ਪਲਟ ਦਿੰਦੇ। ਅਤੇ ਬਾਬਾ ਖੁਦਾਵੰਦ ਸਿੰਘ ਮਹਾਰਾਜ ਉਹ ਬਹੁਤ ਰੰਗਾ ਕਹਿੰਦੇ ਕੋਈ ਸੰਤ ਹੈ ਜਿਹੜਾ ਜ਼ਹਿਰ ਅਤੇ ਅੰਮ੍ਰਿਤ ਨੂੰ, ਅਤੇ ਬਾਬਾ ਖੁਦਾਵੰਦ ਸਿੰਘ ਨੇ ਇੱਕ ਭੋਲੀ ਜਿਹੀ ਗਾਲ ਕੱਢੀ, ਕਹਿੰਦੇ ਹੈ ਨਹੀਂ ਬੀਜ ਨਾਸ ਹੋ ਗਿਆ। ਸੰਤ ਤਾਂ ਹੋਇਆ ਸੱਤ ਤੋਂ ਪੈਦਾ, ਕਦੀ ਖਤਮ ਹੁੰਦਾ ਹੀ ਨਹੀਂ। ਸੰਤ ਨਹੀਂ ਕਦੀ ਵੀ ਖਤਮ ਹੁੰਦਾ। ਉਹ ਕਹਿੰਦੇ ਲਿਆ ਫਿਰ ਜਿਹੜਾ ਤੇਰਾ ਹੈਗਾ ਉਹ ਸਾਰੇ ਧਤੂਰੇ ਸਾਰੇ ਜਾਂ ਚਾਰੇ ਸਾਂਗੀਏ ਕਾਲੇ ਪੀਲੇ ਜਿੰਨੇ ਸੀ ਇਕੱਠੇ ਕਰਕੇ ਪਿਆਲੇ ਭਰ ਲਏ, ਫਿਰ ਰੱਖ ਲਿਆ ਕਿ ਪਿਆਲਾ ਪੀਤਾ ਜਿਲੇ। ਬਾਬਾ ਜੀ ਨਾ ਗੋਡੇ 'ਤੇ ਪਿੰਨਣੀ ਰੱਖ ਕੇ ਲੇਟੇ ਹੋਏ, ਕਹਿੰਦੇ ਹਾਲੇ ਦਾ ਤਰਾਰਾ ਹੀ ਨਹੀਂ ਆ, ਲਿਆ ਦੁਆ ਵੀ ਉਹ ਵੀ ਪੀ ਲਿਆ ਅਤੇ ਲੁੱਡੀਆਂ ਪਾਉਣ। ਕਹਿੰਦੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸ ਹੈ। ਜਿੱਥੇ ਉਹਨਾਂ ਦੀ ਦ੍ਰਿਸ਼ਟੀ ਪੈ ਜਾਂਦੀ, ਜ਼ਹਿਰ ਵੀ ਅੰਮ੍ਰਿਤ ਹੋ ਜਾਂਦੀ। ਜ਼ਹਿਰ ਪਰ ਹੋਵੇ ਬ੍ਰਹਮ ਗਿਆਨੀ। ਅਤੇ ਜੇ ਕੋਈ ਹੁਣ ਨਕਲ ਕਰਕੇ ਕਹੇ ਮੈਂ ਕਰ ਲਵਾਂ, ਇਹ ਤਾਂ ਔਖਾ ਨਾ। ਇਹ ਤਾਂ ਜਿਹੜੇ ਉਸ ਸਮਰੱਥ ਪੁਰਸ਼ ਆ ਉਹਨੀਆਂ ਨਹੀਂ ਗੱਲਾਂ। ਆ ਜਿਹੜੀ ਉਹ ਕੀ ਨਾਂ ਹੈ ਉਹਦਾ, ਮਾੜੀ ਜਿਹੀ ਕਕਲ ਜੀਭ ਨੂੰ ਲਾਉਂਦੇ ਨੇ, ਬੰਦਾ ਸਵਾਦ ਨਹੀਂ ਦੱਸ ਸਕਦਾ। ਹਾਂਜੀ ਉਹ ਹੈਗੀ ਨਾ, ਉਹ ਕਹਿੰਦੇ ਵੀ ਜੀਭ ਨੂੰ ਲਾ ਦਿਓ ਤਾਂ ਉਹ ਸਵਾਦ ਨਹੀਂ ਦੱਸ ਸਕਦਾ। ਅਤੇ ਮਹਾਰਾਜ ਬਾਬਾ ਕਿਸ਼ਨ ਸਿੰਘ ਰਾੜੇ ਵਾਲੇ ਉਹਨੂੰ ਕਿਤੇ ਗੱਲ ਕੀਤੀ, ਕਹਿੰਦੇ ਲਿਆਓ ਤਾਂ ਦੇਖੀਏ। ਉਹ ਡੱਟ ਭਰ ਕੇ ਪੀ ਗਏ। ਕਹਿੰਦੇ ਸਾਨੂੰ ਫਿੱਕੀ ਜਿਹੀ ਆ, ਕਹਿੰਦੇ ਹੋਰ ਤਾਂ ਕੁਛ ਨਹੀਂ। ਸੰਤ ਕਹਿੰਦੇ ਫਿੱਕੀ ਜਿਹੀ ਆ, ਉਹਦਾ ਮਾੜਾ ਜਿਹਾ ਟੱਚ ਕਰ ਜਾ ਜਵਾਨ ਨੂੰ, ਉਹਦਾ ਸਵਾਦ ਯਾਨੀ ਦੱਸਣ ਜੋਗਾ ਨਹੀਂ, ਉੱਥੇ ਹੀ ਖਤਮ। ਇੰਨੀ ਚੀਜ਼ ਆ ਉਹ ਜ਼ਿਆਦਾ ਡੱਟ ਭਰ ਕੇ ਪੀ ਗਏ, ਕਹਿੰਦੇ ਫਿੱਕੀ ਜਿਹੀ ਆ। ਦੇਖੋ ਮਹਾਂਪੁਰਖਾਂ ਦੀਆਂ ਕਮਾਲ ਦੀਆਂ ਗੱਲਾਂ। ਜਿਹੜੇ ਪੂਰਨ ਪੁਰਖ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਹਰੇਰੂ ਸਾਹਿਬ ਵਾਲੇ, ਉਹਨਾਂ ਦੀ ਸੇਵਾ ਕਰ ਕਰਕੇ ਕਿੱਥੇ ਕਿਸ ਮੰਜ਼ਿਲ 'ਤੇ ਉਹ ਪਹੁੰਚ ਜਾਂਦੇ। ਅਤੇ ਹੁਣ ਇਹ ਚੀਜ਼ਾਂ ਸੰਗਤ ਕਰਨ ਦਾ ਤਾਂ ਮਤਲਬ ਇਹ ਹੀ ਹੈ, ਸੰਗਤ ਕਰਕੇ। ਕਿਉਂਕਿ ਸੰਗਤ ਕਰੀਏ ਸਾਧਕੀ ਬੰਦਿਓ ਕਰੇ ਖੁਦਾ, ਲੋਹਾ ਕੰਚਨ ਹੋਦਾ ਪਾਰਸ ਸੰਗ ਮਲਾਏ। ਪਾਰਸ ਨਾਲ ਲੋਹਾ ਮਿਲਿਆ, ਜੇ ਸੋਨਾ ਨਾ ਹੋਇਆ ਫਿਰ ਪਾਰਸ ਤਾੜੀ, ਉਹ ਤਾਂ ਆਮ ਇੱਕ ਪੱਥਰ ਹੀ ਹੋਇਆ। ਅਤੇ ਮਹਾਂਪੁਰਖਾਂ ਦੀ ਸੰਗਤ ਕਰੇ ਜੇ ਜੀਵਨ ਨਹੀਂ ਪਲਟਿਆ ਤਾਂ ਫਿਰ ਸਮਝੋ ਕੀ ਖਟਿਆ, ਕੁਛ ਵੀ ਨਹੀਂ। ਸਵੇਰੇ ਹੁਣ ਬੇਰ ਸਾਹਿਬ ਵਿਆਖਿਆ ਦੱਸਿਆ ਸੀ ਕਿ ਬਾਕੀ ਚੰਦਨ ਹੋ ਜਾਂਦੇ 52 ਬਾਂਸ ਨੇ। ਬਾਂਸ 'ਚ ਦੋਸ਼ ਹੈ, ਇੱਕ ਤਾਂ ਮੈਂ ਬਹੁਤ ਉੱਚਾ ਆ, ਵਿੱਚੋਂ ਪੁੱਲ ਆਇਆ, ਗੰਢਾਂ ਆ, ਸਿਲਤਾਂ ਆ, ਕੁੱਲ ਘਾਤੀ। ਅਤੇ ਜਿਨ੍ਹਾਂ ਬੰਦਿਆਂ 'ਚ ਵੀ ਇਹ ਦੋਸ਼ ਹੈ ਉਹ ਸੰਗਤ ਤੋਂ ਲਾਭ ਨਹੀਂ ਲੈਂਦੇ। ਬਸ ਇਸ ਤਰ੍ਹਾਂ
ਮੱਸਿਆ ਦੇ ਚੌਦੇ ਦੁਨੀਆ ਬੜੀ ਆਉਂਦੀ ਹੈ, ਘੁੰਮ ਘੁਮਾ ਕੇ ਫੋਟੋਆਂ ਖਿੱਚ ਲਈਆਂ, ਇੱਧਰ ਧੱਕੇ ਛੱਕੇ ਘੁੰਮ ਘੁਮਾ ਕੇ ਚੱਲ ਜਾਂਦੇ ਆ। ਅਤੇ ਬਿਰਲਾ ਹੀ ਹੋਊਗਾ ਜਿਹੜਾ ਆ ਕੇ ਕੋਈ ਲਾ ਲੈਂਦਾ, ਜਿੱਥੇ ਕੋਈ ਗੁਰੂ ਦੀ ਕਿਰਪਾ ਹੁੰਦੀ। ਕਿਰਪਾ ਲੈਣ ਆਉਂਦੇ ਵੀ ਘੱਟ ਹੀ ਆ, ਆਪੋ ਆਪਣੀਆਂ ਕਾਮਨਾ ਬਾਸ਼ਨਾਂ ਦੇ ਬੰਦੇ ਸੰਸਾਰ ਤੁਰਿਆ ਫਿਰਦਾ। ਪਰ ਜਿਹੜਾ ਫਿਰ ਜਾਂਦਾ, ਉਹ ਕਹਿੰਦੇ ਨਾ ਤੁਲਸੀਦਾਸ, ਉਹ ਕਿਤੇ ਯਾਤਰਾ ਨੂੰ ਗਏ, ਉੱਥੇ ਰਾਮਚੰਦ ਦੀ ਫੋਟੋ ਖਰੀਦਣ ਲੱਗ ਪਿਆ, ਮੂਰਤੀ। ਮਗਰੋਂ ਮਹਾਰਾਜ ਆ ਗਏ, ਰਾਮਚੰਦ ਲਛਮਣ। ਬੀਬੀ ਨੂੰ ਪੁੱਛਿਆ ਤੁਲਸੀਦਾਸ ਕਹਾਂ ਹੈ? ਉਹ ਕਹਿੰਦੀ ਮਹਾਰਾਜ ਉਹ ਤਾਂ ਯਾਤਰਾ ਨੂੰ ਗਿਆ। ਕਹਿੰਦੇ ਯਾਤਰਾ ਕਾਹਨੂੰ ਗਿਆ, ਉਹ ਤਾਂ ਸੌਦਾ ਖਰੀਦਾ ਫਿਰਦਾ। ਹਾਲਾਂ ਮਹਾਰਾਜ ਰਾਮਚੰਦਰ ਦੀਆਂ ਮੂਰਤੀਆਂ ਖਰੀਦਾ, ਕਹਿੰਦੇ ਉਹ ਤਾਂ ਸੌਦਾ ਖਰੀਦਾ ਫਿਰਦਾ। ਅੱਛੇ ਲਿਆਏ, ਕਹਿੰਦੇ ਕੋਈ ਮਿਲਣ ਵਾਲਾ ਤਾਂ ਨਹੀਂ ਆਇਆ? ਕਹਿੰਦੇ ਦੋ ਬੜੇ ਬੜੇ ਚੌਹਾਨ ਸਗੇ ਉਹ ਆਏ ਸੀ। ਕਹਿੰਦੇ ਅੱਛਾ ਕੀ ਕਿਹਾ ਕਿਹਾ? ਉਹ ਨਹੀਂ ਕਹਿੰਦਾ ਮਹਾਰਾਜ ਆ ਗਿਆ ਪਿੱਛੋਂ, ਮੈਂ ਰਹਿ ਗਿਆ। ਉਹ ਮੋੜਨ ਚਲ ਗਿਆ, ਫਿਰ ਆ ਗਿਆ। ਤੁਲਸੀਦਾਸ ਕਹਾਂ ਹੈ? ਕਹਿੰਦੇ ਮਹਾਰਾਜ ਉਹ ਯਾਤਰਾ ਗਏ। ਕਹਿੰਦੇ ਯਾਤਰਾ ਕਾਹਨੂੰ ਗਿਆ, ਉਹ ਤਾਂ ਸੌਦਾ ਮੋੜਨ ਗਿਆ। ਉਹ ਸੌਦਾ ਮੋੜਨ ਗਿਆ। ਹਾਂਜੀ, ਫਿਰ ਤੀਜੀ ਵਾਰੀ ਮੋੜਨ ਗਿਆ, ਜਿਹੜੇ ਆ ਗਿਆ। ਤੁਲਸੀਦਾਸ ਕਹਾਂ? ਕਹਿੰਦੇ ਮਹਾਰਾਜ ਯਾਤਰਾ ਗਏ। ਕਹਿੰਦੇ ਹੁਣ ਸਹੀ ਗਿਆ। ਅਸੀਂ ਜਾ ਕੇ ਬੀਬੀਆਂ ਆ, ਇਹ ਤਾਂ ਜਾ ਕੇ ਫਿਰ ਤੈਨੂੰ ਪਤਾ ਆ ਜਿਹੜਾ ਇਹਨਾਂ ਦਾ ਡੈਕੋਰੇਸ਼ਨ ਦਾ ਸਮਾਨ ਜ਼ਿਆਦਾ ਇਹੀ ਖਰੀਦੀਆਂ, ਮੱਸਿਆ ਪੁਰਿਆਂ ਦੇ ਹੈਂ, ਬੰਗਾਂ ਬੁੰਗਾਂ ਚੜ੍ਹਾ ਲਈਆਂ, ਗਜਰੇ ਗੁਜਰੇ ਲੈ ਆਉਂਦੇ, ਉਹ ਲੱਲੜ ਪੱਲੜ ਕਿੰਨਾ ਕੁਛ। ਅਤੇ ਗੁਰਦੁਆਰਿਆਂ 'ਚ ਵੀ ਦੁਕਾਨਾਂ ਖੋਲ੍ਹੀਆਂ ਆ, ਉਵੇਂ ਅੰਦਰ ਗੁਰਮਤ ਦਾ ਰੌਲਾ ਪਊ, ਅਤੇ ਬਾਹਰ ਉਹਨਾਂ ਚੌਧਰੀਆਂ ਨੇ ਦੁਕਾਨਾਂ ਉਹ ਖੋਲ੍ਹੀਆਂ ਹੋਈਆਂ ਜਿਹੜੀਆਂ ਗੁਰਮਤ ਦਾ ਸਤਿਆਨਾਸ਼ ਕਰ ਰਹੀਆਂ। ਗੁਰੂ ਘਰ ਦੀਆਂ ਦੁਕਾਨਾਂ 'ਚ ਬਿਊਟੀ ਪਾਰਲਰ ਦੀਆਂ ਦੁਕਾਨਾਂ ਖੋਲ੍ਹੀਆਂ, ਫੈਸ਼ਨ ਪ੍ਰਸਤੀ ਦੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ। ਜਿੱਥੋਂ ਜਾ ਕੇ ਗੁਰਮਤ ਮਿਲਣੀ ਸੀ ਮਨਮੁਖ, ਉੱਥੇ ਧੌਣ 'ਤੇ ਗੋਡਾ ਰੱਖ ਕੇ ਬੈਠੀ ਹੈ। ਇਹਦਾ ਸਾਡਾ ਹਾਲ ਹੋਇਆ ਵਾ, ਕਿਉਂ ਅਸੀਂ ਗੁਰੂ ਘਰਾਂ ਨੂੰ ਵਪਾਰ ਕੇਂਦਰ ਬਣਾ ਲਿਆ। ਵਪਾਰ ਦੇ ਗੋਲਕ 'ਤੇ ਭਰੋਸਾ ਨਹੀਂ ਰਿਹਾ, ਦੁਕਾਨਾਂ ਖੋਲ੍ਹ ਕੇ ਬਸ ਇੱਧਰ। ਗੁਰੂ ਨਾਨਕ ਦੇ ਖਜ਼ਾਨੇ 'ਤੇ ਭਰੋਸਾ ਨਹੀਂ। ਫਿਰ ਅਨਾਊਂਸ ਵੀ ਕਰੀ ਜਾਂਦੇ, ਆਹ ਬਣ ਰਿਹਾ, ਜੋ ਬਣ ਰਿਹਾ, ਦਿਓ ਜੀ, ਦਾਨ ਕਰੋ ਜੀ। ਉਹ ਬਾਬਾ ਜਵਾਲਾ ਹਮਾਰਾ ਹਰ ਖੋਲ, ਅਤੇ ਉਧਰ ਇੱਕ ਸੰਤ ਲੰਗਰ ਲਾਉਂਦਾ ਹੁੰਦਾ ਸੀ, ਉਹ ਗੁਜ਼ਰ ਗਿਆ। ਸਤਨਾਮ ਜੀ ਕਹਿੰਦੇ ਰੋਪੜ ਦੇ ਲੱਗ, ਉਹਦੇ ਚੇਲੇ ਚਾਲੜੇ ਆ ਗਏ, ਬਾਬਾ ਜੀ ਉਹ ਸਤਨਾਮ ਜੀ ਲੰਗਰ ਲਾਉਂਦੇ ਸੀ, ਅਤੇ ਅਸੀਂ ਹੁਣ ਫਿਰ ਤੁਹਾਡੇ ਨਾਲ ਜੁੜ ਜਾਂਦੇ ਹਾਂ ਅਤੇ ਗਰਾਈ ਲਿਆ ਕਰਾਂਗੇ। ਅਤੇ ਮਹਾਰਾਜ ਹੋਣੀ ਕਹਿੰਦੇ ਕਿਹਦੇ ਲਈ ਗਰਾਈ? ਅਸੀਂ ਲੰਗਰ ਵਾਸਤੇ। ਲੰਗਰ ਕਿਹਦਾ? ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦਾ। ਕਹਿੰਦੇ ਗੁਰੂ ਨਾਨਕ ਤੁਸੀਂ ਮੰਗਤਾ ਬਣਾਤਾ? ਉਹ ਜਿਹੜਾ ਸਾਰੀ ਦੁਨੀਆ ਨੂੰ ਦੇ ਰਿਹਾ, ਉਹਦੇ ਨਾਂ 'ਤੇ ਠੂਠੇ ਫੜੀ ਫਿਰਦੇ ਤੁਸੀਂ। ਕੋਟ ਬ੍ਰਹਮੰਡ ਕੋ ਠਾਕਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਅਸੀਂ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਨਹੀਂ ਉਹ ਲੰਗਰ ਚਲਾਉਂਦੇ। ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਤਪੱਸਿਆ ਇੰਨੀ ਕੀਤੀ। ਬਾਬਾ ਆਇਆ ਸਿੰਘ ਮਹਾਰਾਜ ਨੂੰ ਕਹਿੰਦੇ ਮੇਰਾ 1 ਰੁਪਈਆ ਤੇਰਾ ਸਵਾ ਚੱਲੂਗਾ। ਸਵਾ, ਕੋਈ ਗਰਾਈ ਦੀ ਲੋੜ ਨਹੀਂ, ਆਪਣੇ ਆਪੇ ਭੰਡਾਰੇ ਕਮਾਈ ਇੰਨੀ ਹੈ ਉਹਨਾਂ ਮਹਾਂਪੁਰਖਾਂ ਦੀ। ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ ਰੇਰੂ ਸਾਹਿਬ ਵਾਲੇ। ਇੱਕ ਡਾਕਟਰ ਕਹਿੰਦਾ ਮਹਾਰਾਜ ਸੰਤਾਂ ਵਾਲੀ ਕਰਾਮਾਤ ਦਿਖਾਓ। ਕਹਿੰਦੇ ਤੇਰੇ ਹੀ ਕਰਾਮਾਤ ਨਹੀਂ, ਮਰੀਜ਼ ਤੈਨੂੰ ਮੱਥਾ ਟੇਕਦੇ ਆ, ਜਿਹਨੂੰ ਰਾਜੀ ਕਰਦਾ। ਕਹਿੰਦੇ ਮਹਾਰਾਜ ਤਾਂ ਡਾਕਟਰਾਂ ਵਾਲੀ ਹੋਈ, ਸੰਤਾਂ ਵਾਲੀ ਹੈਂ। ਕਹਿੰਦੇ ਆ ਜਿਹੜੇ ਬੜੇ ਬੜੇ ਲੀਡਰ ਆ ਇਹਨਾਂ ਮਗਰ ਵੀ ਫਿਰਦੇ ਆ। ਕਹਿੰਦੇ ਨਹੀਂ ਮਹਾਰਾਜ ਸੰਤਾਂ ਵਾਲੀ। ਕਹਿੰਦੇ ਹੋਰ ਤਾਂ ਹੀ ਕਹਿੰਦੇ ਨਹੀਂ, ਰੇਰੂ ਸਾਹਿਬ ਤੋਂ ਪਸ਼ਾਵਰ ਤੱਕ ਲੰਗਰ ਖਾਣ ਵਾਸਤੇ ਦੁਨੀਆ ਆ ਜਾਊ, ਇਹ ਲੰਗਰ ਮੁੱਕੂਗਾ ਨਾ, ਤੈਨੂੰ ਪਤਾ ਲੱਗ ਜੂ ਕਰਾਮਾਤ ਕੀ ਹੁੰਦੀ ਹੈ। ਕਹਿੰਦੇ ਰੇਰੂ ਸਾਹਿਬ ਤੋਂ ਪਸ਼ਾਵਰ ਇੱਥੇ ਤੱਕ ਸੰਸਾਰ ਆ ਜਾਏ ਲੰਗਰ ਖਾਣ, ਰੋਟੀ ਖਾਣ, ਇਹ ਲੰਗਰ ਮੁੱਕੂਗਾ ਨਹੀਂ, ਤੈਨੂੰ ਪਤਾ ਲੱਗ ਜੂ ਕਰਾਮਾਤ ਕਿਹਨੂੰ ਕਹਿੰਦੇ। ਇਹ ਨਹੀਂ ਕਿਹਾ ਵੀ ਆਹ ਕਰਾਮਾਤ, ਇਹ ਗੁਰੂ ਨਾਨਕ ਸਾਹਿਬ ਦੀ ਪੜ੍ਹਾ ਰਹੇ। ਪਰ ਅੱਜ ਸਾਨੂੰ ਮਹਾਰਾਜ 'ਤੇ ਭਰੋਸਾ ਨਹੀਂ ਰਹਿ ਗਿਆ। ਪਰ ਇਹ ਤਾਂ ਘਰ ਹੈਗਾ ਤਿਚਰ ਮੁਲਣਾ ਥੁੜੀ ਦੋ, ਜੇ ਚਿਰ ਆਪ ਕਿਰਪਾਲ ਸ਼ਬਦ ਉਹ ਖੁੱਟ ਬਾਬਾ ਨਾਨਕ ਆਹੇ ਕਰ ਧੰਨਵਾਦ। ਇੱਥੇ ਤਰਨ ਤਾਰਨ ਉਹ ਸਵਾਇਆਂ ਟੂਟੀਆਂ ਲੰਗਰ ਹੁੰਦਾ ਸੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਤਾਲੇ ਵਾਲੇ ਅਤੇ ਮਹਾਰਾਜ ਹਰਖੋਲਣ 12 ਸਾਲ ਨੰਗੇ ਚਰਨੀ 14 ਤਰਨ ਤਾਰਨ ਮੱਸਿਆ ਅੰਮ੍ਰਿਤਸਰ ਪੈਦਲ ਆਉਂਦੇ ਰਹੇ।
ਬਾਬਾ ਈਸ਼ਰ ਸਿੰਘ ਮਹਾਰਾਜ ਦਾ ਹੁਕਮ ਸੀ ਉਹਨਾਂ ਨੂੰ 12 ਸਾਲ ਪੈਦਲ ਜਾਣਾ, ਪੈਦਲ ਆਉਣਾ। ਆਪਣੇ ਕੋਲ ਗੱਡੀਆਂ ਮੋਟਰਾਂ ਫੇਰ ਵੀ ਮੱਥਾ ਟੇਕਣਾ ਬਹੁਤ ਔਖਾ। ਹੁਣ ਸਿਆਲ ਹੈਗਾ, ਗਧੋਲੀ ਚੋਂ ਨਿਕਲਣਾ ਬੜਾ ਔਖਾ, ਠੰਡ ਲੱਗਦੀ ਹੈ, ਨਹਾਉਣਾ ਬੜਾ ਔਖਾ। ਸੋ ਇਸ ਵਾਸਤੇ ਤੇ ਉਹ ਲੰਗਰ ਲਾਇਆ ਹੋਇਆ ਸੀ। ਸਰਦਾਰ ਆ ਗਿਆ, ਮਹਾਰਾਜ ਜੀ ਹੁਕਮ ਕਰੋ, ਇਹ ਲੰਗਰ ਦੀ ਸੇਵਾ ਮੈਨੂੰ ਦੇ ਦਿਓ। ਉਹ ਚੁੱਪ ਰਹੇ, ਉਹਨੇ ਕਿਹਾ ਬਜਾਏ ਸੁਣਿਆ ਹੀ ਨਹੀਂ। ਫੇਰ ਦੁਬਾਰਾ ਫੇਰ ਚੁੱਪ, ਤੀਜੀ ਵਾਰੀ ਫੇਰ ਬਾ ਉੱਤੋਂ ਡਿੱਗਣ ਲੱਗ ਪਿਆ ਚਾਂਦੀ ਦੇ ਰੁਪਏ। ਕਹਿੰਦੇ ਮਹਾਰਾਜ ਰੁਪਏ ਡਿੱਗਦੇ, ਕਹਿੰਦੇ ਕੰਗਾਲਾ ਲੈ ਜਾ ਚੱਕ ਕੇ। ਤੂੰ ਕਹਿੰਦਾ ਸੀ ਵੀ ਲੰਗਰ ਮੈਂ ਚਲਾਊਂ, ਤੇਰਾ ਖਿਆਲ ਸੀ ਵੀ ਗੁਰੂ ਨਾਨਕ ਸਾਹਿਬ ਤਾਂ ਹੁਣ ਮੰਗਤਾ ਬਣ ਗਿਆ, ਮੈਂ ਦਾਤਾ। ਉਹ ਫਿਰ ਤਹਿਸੀਲਦਾਰ ਜਗ ਸਿੰਘ ਸੀ, ਉਹਨੇ ਉਹ ਰੁਪਈਏ ਚੱਕ ਕੇ ਉਹ ਕਹਿੰਦਾ ਮੈਂ ਆਪਣੇ ਹੱਥੀਂ ਗੋਲਕ ਚ ਪਾ ਕੇ ਆਇਆ। ਤੇ ਉਹ ਫਿਰ ਨੱਕ ਨਾਲ ਲਕੀਰਾਂ ਕੱਢ ਗਿਆ। ਜਿਹੜੇ ਕਮਾਈ ਵਾਲੇ ਮਹਾਂਪੁਰਖ ਆ, ਉਹਨਾਂ ਤੇ ਮਗਰ ਫਿਰਦੀ ਹੈ। ਸੂਰਜ ਵੱਲ ਨੂੰ ਮੂੰਹ ਕਰਦੇ ਜੀ ਨਾ, ਸ਼ਾਮ ਮਗਰ ਦੌੜਦੀ। ਜੇ ਸੂਰਜ ਨੂੰ ਪਿੱਠ ਕਰੀਏ, ਸ਼ਾਮ ਮੂਹਰੇ ਦੌੜਦੀ ਹੈ। ਕਹੋ ਕਬੀਰ ਜਬ ਤਿਆਗ ਦੇਈ ਤਬ ਫਿਰ ਸਰਣੀ ਆਏ ਪਈ, ਮਾਇਆ ਦਾਸੀ ਭਗਤਾਂ ਕੀ ਹੋਏ ਕਾਰ ਕਮਾਵੇ। ਉਹਦਾ ਦਾਸੀ ਬਣ ਕੇ ਸੇਵਾ। ਪਰ ਇਸ ਕਰਕੇ ਇਹ ਹੈ ਕਿ ਜਿਹੜੇ ਮਹਾਂਪੁਰਖ ਕਮਾਈ ਵਾਲੇ ਆ, ਉਹਨਾਂ ਦੀਆਂ ਗੱਲਾਂ ਜੇ ਕਹੀਏ ਹਰੇਕ ਉਹਨਾਂ ਦੀ ਰੀਸ ਕਰੇ, ਇਹ ਵੀ ਬੜੀ ਔਖੀ ਹੈ। ਇਹਦੇ ਜਿਹੜੇ ਬਖਸ਼ਿਸ਼ ਵਾਲੇ ਆ, ਬਰਕਤ ਵਾਲੇ ਆ, ਤੇ ਬਾਬਾ ਕਰਮ ਸਿੰਘ ਮਹਾਰਾਜ ਨੇ ਕਿਹਾ ਮੇਰਾ ਸਾਧੂ ਇੰਨੀ ਕਮਾਈ ਕਰੇ ਦੁਨੀਆ ਨੂੰ ਲੰਗਰ ਛਕਾਉਣ ਜੋਗਾ ਹੋਵੇ। ਕਹਿੰਦੇ ਜੇ ਇੰਨੀ ਨਹੀਂ, ਲੱਖਾਂ ਹਜ਼ਾਰਾਂ ਨੂੰ, ਸੈਂਕੜਿਆਂ ਨੂੰ। ਕਹਿੰਦੇ ਇਹ ਨਾ ਹੋਵੇ ਵੀ ਠੂਠਾ ਫੜ ਕੇ ਮੰਗਦਾ ਫਿਰੇ। ਇਹ ਨਹੀਂ ਵੀ ਠੂਠਾ ਫੜ ਕੇ ਮੰਗਦਾ ਫਿਰੇ। ਕਮਾਈ ਜਿੱਥੇ ਗੁਰੂ ਦਾ ਸ਼ਬਦ ਆ ਜਾਂਦਾ ਨਾ, ਸਾਰੀਆਂ ਬਰਕਤਾਂ ਆ ਜਾਂਦੀਆਂ। ਬਰਕਤਾਂ ਤੇ ਸੁਣਨੀਆਂ ਕਿ ਨਹੀਂ? ਆ ਹੁਣ ਇਹਨਾਂ ਨੂੰ ਬਾਬਿਆਂ ਨੂੰ ਨਾ ਆ ਠੇਕਿਆਂ ਛੇਕਿਆਂ ਜੋ ਕੱਢ ਦਿਓ, ਚੰਗੀ ਕਿਰਤ ਕਰੋ। ਇਹ ਜ਼ਹਿਰ ਹੈ, ਜ਼ਹਿਰ ਦਾ ਬੀਜ ਨਾ ਬੀਜੋ। ਇਹ ਜ਼ਹਿਰ ਦਾ ਬੀਜ ਹੈ ਤੁਹਾਡੇ ਲਈ ਵੀ, ਔਲਾਦ ਲਈ ਵੀ। ਇਹ ਆਉਂਦੀ ਦੀਦੀ ਹੈ, ਇਹ ਤਾਂ ਸਭ ਕੁਝ ਬਰਬਾਦ ਕਰਦੀ ਹੈ। ਤੇ ਮਹਾਰਾਜ ਨੇ ਲਾਲੋ ਦਾ ਕੋਧਰੇ ਦਾ ਅੰਨ ਖਾਧਾ ਸੀ, ਮਲਕ ਭਾਗੋ ਦੇ ਪੂੜੇ ਨਹੀਂ। ਬਾਕੀ ਤਾਂ ਦੌੜੇ ਜਾਣ। ਅੱਜ ਹੀ ਪੜਾਰਾ ਹੈ ਮਲ ਭਾਗੇ ਦੇ ਦੰਦ ਕਸਾਈ, ਨਾਲ ਛਾਲ ਛੂਲ ਮਿਲਣਗੇ ਪੂਰੇ ਪਾਰੇ। ਤੇ ਮਹਾਰਾਜ ਬੈਠੇ, ਕਹਿੰਦੇ ਕੋਈ ਰਾਜ ਨਹੀਂ ਗਿਆ। ਕਹਿੰਦੇ ਜੋ ਆਏ, ਕਹਿੰਦੇ ਉਹ ਕਰਾਈਆ ਆਪ ਖੱਤਰੀਆਂ ਦੇ ਜਨਮ ਹੋ ਕੇ ਤੇ ਛੂਦਰ ਤੇ ਖਾਣ ਦੇ ਬੈਠਾ। ਕਹਿੰਦੇ ਬੁਲਾਓ ਹੰਕਾਰ ਨੂੰ। ਮਹਾਰਾਜ ਕਹਿੰਦੇ ਸਾਨੂੰ ਲੋੜ ਨਹੀਂ, ਜਿਹਨੂੰ ਲੋੜ ਹੈ ਭੁੱਖ ਦੀ ਜਾਂਦੇ, ਸਾਨੂੰ ਭੁੱਖ ਨਹੀਂ। ਸਫਾਈ ਭੇਜ ਤੇ ਲਿਆਓ ਜ਼ਬਰਦਸਤ। ਮਹਾਰਾਜ ਕਹਿੰਦੇ ਸਾਨੂੰ ਬੈਠੇ ਰਹਿਣ ਦਿਓ, ਇਹਦੀ ਢੱਕੀ ਰਹੂਗੀ। ਹਟਿਆ ਨਹੀਂ। ਤੇ ਮਹਾਰਾਜ ਫਿਰ ਕੋਧਰੇ ਦਾ ਅੰਨ ਲੱਗਾ, ਉਧਰ ਉਹਦੇ ਪੂੜੇ ਜਿਲੇ ਉਹ ਨਿਚੋੜੇ ਨਾ, ਇੱਕ ਪਾਸਿਓਂ ਦੁੱਧ ਦੀ ਧਾਰ, ਕੋਈ ਖੂਨ ਦੀ। ਤੇ ਮਲਕ ਭਾਗੋ ਨੂੰ ਧਰਤੀ ਬੇਲ ਨਾ ਦੇਵੇ। ਕਹਿੰਦੇ ਆ ਖੂਨ ਇਕੱਠਾ ਕੀਤਾ ਲੋਕਾਂ ਦਾ, ਖੂਨ। ਮਹਾਰਾਜ ਕਹਿੰਦੇ ਤਾਂ ਹੀ ਤੈਨੂੰ ਕਿਹਾ ਤੁਹਾਨੂੰ ਨਾ ਬੁਲਾ, ਤੇਰੀ ਢੱਕੀ ਰਹੂਗੀ। ਤੇ ਹੁਣ ਧਰਤੀ ਬੇਲ ਨਾ ਦੇਵੇ, ਲੋਕਾਂ 'ਚ ਪੜਦਾ ਜਿਹੜਾ ਸੀ ਪਾਸ਼ ਹੋ ਗਿਆ। ਇਸ ਕਰਕੇ ਜਿਹੜਾ ਧਰਮ ਦੀ ਕਿਰਤ, ਇਹ ਜਿਹੜੇ ਨਸ਼ੇ ਹੈ ਅਧਰਮ ਦੀ ਕਿਰਤ ਹੈ। ਆ ਖੇਤੀ ਉੱਤਮ ਸਭ ਨੂੰ, ਨੌਕਰੀ ਵੀ ਹੈ, ਭਿੱਖਿਆ ਵੀ ਥੱਲੇ ਨੀਚੇ ਦਰਜੇ ਦੀ। ਇਸ ਕਰਕੇ ਕਾਰੋਬਾਰ ਜਿਹੜੇ ਹੈ ਸ਼ੁੱਧ ਪਵਿੱਤਰ ਬਣਾਓ, ਜਿਹਦੇ ਨਾਲ ਬਰਕਤਾਂ ਆਵੇ। ਆ ਜਿਹੜੇ ਫੌਜ ਵਾਲੇ ਸੀ ਨਾ, ਅੰਗਰੇਜ਼ ਰਾਜ 'ਚ ਇਹਨਾਂ ਨੂੰ ਜੱਟਾਂ ਦਾ ਜਿਹੜਾ ਲਗਾਨ ਹੈ ਉਹਦੀ ਤਨਖਾਹ ਦਿੰਦੇ ਸੀ। ਇਹ ਫੌਜੀ ਜਿਹੜੇ ਮਜ਼ਬੂਤ ਰਹਿਣਗੇ। ਅੰਗਰੇਜ਼ ਕਿੱਥੇ ਤਾਂ ਗੋਰਾ ਹੁਸ਼ਿਆਰ ਸੀਗਾ। ਇਹ ਕਮਾਈ ਸ਼ੁੱਧ ਹੁੰਦੀ ਨਾ, ਇਸ ਕਮਾਈ ਦੀ ਤਨਖਾਹ। ਪਰ ਹੁਣ ਇਹ ਢਾਂਚਾ ਸਾਰਾ ਹੀ ਤਹਿਸ ਨਹਿਸ ਜਿਹਾ ਹੋਏ ਜਾਂਦਾ। ਤੇ ਇਸ ਕਰਕੇ ਜਿਹੜੇ ਹੁਣ ਸਾਡੇ ਲੋਕ ਆ, ਇਹ ਵੀ ਇਹੋ ਜਿਹੀ ਸਿੱਖਿਆ ਘੱਟੀ ਦਿੰਦੇ ਆ। ਉਹ ਕਹਿੰਦੇ ਵੀ ਆਪਾਂ ਨੂੰ ਤਾਂ ਗੱਫਾ ਖੁੱਲ੍ਹਾ ਮਿਲਣਾ ਚਾਹੀਦਾ। ਤੇ ਜੇ ਆਪਾਂ ਇਹ ਕਹਿਣ ਲੱਗ ਪਏ ਤੇ ਫਿਰ ਆਪਾਂ ਨੂੰ ਘੱਟ ਮਾਇਆ ਮਿਲੂਗੀ। ਪਰ ਨਹੀਂ, ਇਹ ਗੁਰੂ ਨਾਨਕ ਦੀ ਸੰਗਤ ਦੇ ਤਾਂ ਲੇਖੇ ਹੀ ਵੱਖਰੇ ਹੁੰਦੇ। ਬੂੰਦ ਬੂੰਦ ਨਾਲ ਘੜਾ ਭਰ ਜਾਂਦਾ। ਸੰਗਤ ਦੀ ਬਰਕਤ ਹੀ ਇਹਦੀ, ਇਹ ਤਾਂ ਵੱਖਰੀ ਹੈ। ਸੰਤ ਬਾਬਾ ਹਰੀ ਕਹਾਰਪੁਰ ਵਾਲੇ ਕਿਸੇ ਨੇ ਸ਼ਿਕਾਇਤ ਕਰਤੀ ਕਿ ਸੰਤਾਂ ਕੋਲ ਨੋਟ ਬਣਾਉਣ ਦੀ ਮਸ਼ੀਨ ਹੈ।
अंग्रेज राज, वो डेरे में घेरा पा लिया। वो अफसर आ गए, कहते बाबा जी कलियां गल करनी। कहते दसो। कहते सुनिया तुहाडे कोल नोट बनाउण दी मशीन है, पैसे बनाउण दी। कहते हैगी आ। कहते महाराज गुप्ते दे दो, तुहाडी इज्जत बनी रहूगी, बाहर अखबारां मीडिया च ना जाए। हाँ जी। कहते लै भी संत तां पहली गल ही मन गया, वधिया हो गया कि आपां नूं कोई कराड़े वाला काम नहीं करना पिया। कहते महाराज फिर लिया दिओ। कहते लिया दिन्ने आ। पहलां गुरु नानक दे घर दा उसूल है भी जल पानी छको, लंगर छको, हैं ते बीबी भी तोरनी होवे तो फिर कोई दे दू कोई तोरी दा, पिया थोड़ी तोरांगे तुहानूं, कि लंगर पानी छक लो, हैं कोई छका छकू लईए। वो जी खाने बाने चंगे चुंगे छकाए, लंगर पदार्थ गुरु नानक दे बेअंत हुंदे आ, जिहले छकाए। कहते महाराज हुण कहते असीं फलाने थे कालज बनाउने आ, गुरुद्वारा बना रहे हैं, मैं रखिया लख, तुसीं एडे अफसर हैं, दसो की देने। हुण शर्म कुशर्मी कहना पिया, उत्थे माया दा लग्या ढोर। कहते मेरे पा मशीन आ। कहते आ मशीन आ। वो जैदार जिहो जिहे शर्मिंदे कीते, जिवें पुलिस रोटी खड़ा के कुटदी है ना, जे फीम वाला होवे फीम खड़ा के फिर कुटणगे पुलिस वाले। ते संत कहते पहले छक छका लो, फिर मशीन दे देने। वो कन्न फड़ के माफ़ी मंग के गए कि एवें झूठी डायरी दी गए। ਜਿਹੜੇ ਮਹਾਂਪੁਰਖ ਆ ਉਹਨਾਂ ਦੀਆਂ ਗੱਲਾਂ ਵੀ ਨਾ ਬੜੀਆਂ ਅਸਚਰਜ ਹੁੰਦੀਆਂ, ਕਮਾਈ ਵਾਲੇ ਪੁਰਸ਼ ਜਿਹੜੇ। ਸੋ ਇਸ ਵਾਸਤੇ ਉਹਨਾਂ ਦੀ ਰੀਸ ਨਹੀਂ ਕੋਈ ਹਰ ਕਰ ਸਕਦਾ, ਕਿਉਂਕਿ ਉਹਨਾਂ ਦੀ ਰੀਸ ਕਰੇ ਸੋ ਬਗੁਚਿਆ ਜਿਨ ਹਰ ਪ੍ਰਭ ਹੈ ਰਖਵਾਰਾ। ਇੱਕ ਬੰਦਾ ਸੀ ਉਤੋਂ ਜਾਇਦਾਰ ਜੀ ਕੋਈ ਕਤਲ ਇਹ ਨਹੀਂ ਹੁੰਦਾ ਵੀ ਸਹੀ, ਕਈ ਵਾਰੀ ਨਜਾਇਜ਼ ਵੀ ਹੋ ਜਾਂਦਾ। ਉਹ ਬੰਦਾ ਮਾਰਨਾ ਆ, ਉਹ ਆਪਣੀ ਰੱਖਿਆ ਲਈ ਉਹ ਤੋਂ ਮਰ ਗਿਆ। ਇੱਕ ਤਾਂ ਹੁੰਦਾ ਕਿਸੇ ਨੂੰ ਜਾਣ ਕੇ ਕਰਨਾ, ਇੱਕ ਹੁੰਦਾ ਆਪਣੀ ਰੱਖਿਆ ਲਈ ਹੋ ਗਿਆ। ਉਹ ਬੰਦਾ ਸੀ, ਉਹ ਭਗੌੜਾ ਹੋ ਗਿਆ। ਉਹ ਜੇ ਇੱਥੇ ਮਰਾਣਾ ਪਿੰਡ ਆ, ਉੱਥੇ ਬਾਬਾ ਵੀਰ ਸਿੰਘ ਦਾ ਸਥਾਨ, ਉੱਥੇ ਆ ਗਿਆ, ਛੁਪ ਗਿਆ। ਉਹ ਕਹਿੰਦਾ ਬਾਬਾ ਵੀਰ ਸਿੰਘ ਵੀ ਹੈ ਤਾਂ ਮੈਂ ਜੋ ਹੈਗਾ ਤੁਸੀਂ ਜਾਣੇ ਜਾਣਿਆ, ਅਤੇ ਹੁਣ ਕਿਰਪਾ ਕਰੋ। ਉਹ ਫਿਰ ਬਾਬਾ ਜੀ ਨੇ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਜਦੋਂ ਤੂੰ ਸੋਇਆ ਕਰੇਗਾ ਨਾ, ਤੇਰੇ ਬੈੱਡ 'ਤੇ ਫਿਰ ਪਈਆ ਪਿਆ ਕਰੂਗਾ, ਉਹ ਜਿਹੜੇ ਚੱਕਣਾ ਤੂੰ ਧਿਆਨ ਪਿਆ। ਇਹ ਕਹਿੰਦਾ ਮਾਰਾ ਹੈ ਤਾਂ ਠੀਕ ਆ, ਮੇਰਾ ਤਾਂ ਢਿੱਡ ਭਰੀ ਜਾਂਦਾ, ਕੋਈ ਆਏ ਜਾਂਦਾ ਅਕਸਰ ਗੁਰਦੁਆਰਾ। ਉਹ ਕਹਿੰਦੇ ਇੰਨੇ ਪਿਆ ਹੋਰ ਖਾਂਦੇ। ਇਹ ਕਹਿੰਦਾ ਮਹਾਰਾਜ ਤੁਹਾਡਾ ਗੁਰਦੁਆਰਾ ਵੀ ਖਸਤਾ ਜਿਹਾ ਹੋ ਗਿਆ, ਇਹ ਵੀ ਵਧੀਆ ਬਣਾਉਣਾ ਚਾਹੀਦਾ। ਹਾਂਜੀ। ਉਹ ਬਾਬਾ ਜੀ ਕਹਿੰਦੇ ਰੋਜ਼ ਨਾ ਸਾਨੂੰ ਤੰਗ ਕਰਿਆ ਕਰ, ਜੇ ਨਾ ਲੋੜਿਆ ਚੁੱਕ ਲਿਆ ਕਰ। ਉਹ ਜਿਹੜੇ ਆਮ ਚੱਕਣਾ ਉਹਨੇ ਪਿਆ। ਇਹ ਕਹਿੰਦੇ ਮਹਾਰਾਜ ਹੁਣ ਹੈ ਤਾਂ ਗੱਲ ਠੀਕ ਆ, ਅਕਸਰ ਤਾਂ ਮੈਂ ਹੁਣ ਭਗੌੜਾ ਕਰਾ ਰਿਹਾ, ਇਹ ਵੀ ਕਿਰਪਾ ਕਰ ਦਿਓ। ਕਹਿੰਦੇ ਜਾ ਜਾ ਕੇ ਪੇਸ਼ ਹੋ ਜਾ, ਸੱਚ ਬੋਲਦੇ। ਉਹ ਜੀ ਗਿਆ, ਸੱਚ ਬੋਲਿਆ। ਉਹ ਜੱਜ ਕਹਿੰਦਾ ਤੂੰ ਕਤਲ ਕੀਤਾ? ਕਹਿੰਦਾ ਹਾਂਜੀ ਕੀਤਾ। ਕਹਿੰਦੇ ਫਾਂਸੀ? ਕਹਿੰਦੇ ਲਾ ਦਿਓ ਜੀ। ਕਹਿੰਦੇ ਵੀ ਜੇ ਨਹੀਂ ਕੀਤਾ ਹੁੰਦਾ ਕਾਹਨੂੰ ਮੰਨਦਾ, ਕਿ ਇਹਨੇ ਝੂਠੀ ਦਿੱਤੀ, ਜਾ ਦੌੜ ਜਾ ਬਰੀਆਂ। ਬਾਬਾ ਵੀਰ ਸਿੰਘ ਉਹ ਵੀ ਕਿਰਪਾ ਹੋ ਗਈ। ਦੇਖੋ ਜਾਣੀ ਸਿਦਕ ਦੀ, ਵਿਸ਼ਵਾਸ ਦੀ, ਭਰੋਸੇ ਦੀ ਗੱਲ, ਸਿਦਕ ਦੀ ਗੱਲ ਹੈ। ਜੇ ਬਣ ਜਾਈਏ ਕਿਸੇ ਦੇ ਤੇ ਫਿਰ ਉਹ ਵੀ ਬਣ ਜਾਂਦਾ। ਅਸੀਂ ਆਪਣੇ ਵੀ ਨਹੀਂ ਬਣਦੇ, ਦੂਏ ਦੇ ਵੀ ਨਹੀਂ, ਗੁਰੂ ਦੇ ਵੀ ਨਹੀਂ ਬਣਦੇ। ਜੇ ਗੁਰੂ ਦੇ ਬਣਨਾ ਤੇ ਗੁਰੂ ਸਾਡਾ ਬਣ ਜਾਂਦਾ। ਉਹਨੂੰ ਬਣਾਉਣ ਵਾਸਤੇ ਉਹਦੇ ਬਣਨਾ ਪੈਣਾ। ਜੇ ਫੌਜ ਵਿੱਚ ਜਾਣਾ, ਫੌਜੀ ਵਰਦੀ ਵੀ ਪਾਉਣੀ ਪੈਣੀ ਹੈ, ਰਗਰੂਟੀ ਵੀ ਕਰਨੀ ਪੈਣੀ ਹੈ, ਫਿਰ ਸ਼ਾਸਤਰ ਬਾਤਰਾਂ ਦਾ ਅਭਿਆਸ ਚੁੱਕਣੇ ਪੈਣੇ ਆ, ਅਤੇ ਗੋਲੀ ਦੇ ਮੂਹਰੇ ਵੀ ਜਾਣਾ ਪੈਣਾ। ਕਿਸੇ ਵੇਲੇ ਲੋੜ ਪਈ ਸ਼ਹੀਦੀ ਵੀ ਦੇਣੀ ਪੈਣੀ। ਐਵੇਂ ਥੋੜ੍ਹੀ ਤਨਖਾਹ ਦਿੰਦੇ। ਇਸ ਤਰ੍ਹਾਂ ਗੁਰੂ ਦੇ ਬਣਨਾ, ਫਿਰ ਗੁਰੂ ਦਾ ਬਾਣਾ, ਗੁਰੂ ਦੀ ਬਾਣੀ, ਗੁਰੂ ਦੇ ਅਸੂਲ ਇਹ ਗ੍ਰਹਿਣ ਕਰਨੇ ਪੈਣੇ। ਜਦੋਂ ਕਰ ਲਾਂਗੇ ਤੇ ਫਿਰ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ। ਇਹਦਾ ਸਾਰਾ ਸੰਸਾਰ ਉਹਦਾ ਬਣ। ਹੁਣ ਦੇਖੋ ਇਹਦਾ ਆਪਣੇ ਜੀਵਨ ਵਿੱਚ ਵੀ ਪ੍ਰਤਿਆਈਆਂ। ਨਿਆਣੇ ਹੁੰਦੇ ਸੰਤਾਂ ਨੂੰ ਚੜ੍ਹਾਤਾ, ਇੱਧਰ ਆ ਗਏ ਤੇ ਦੇਖ ਲਓ ਕੋਈ ਕਮੀ, ਕੋਈ ਭੁੱਖ, ਕੋਈ ਛੱਡੀ।
किते हथ अड्डण की लोड़ ही नहीं पैंदी, किरपा ही इन्नी है, उन्हों का नाम ही बहुत है, उन्होंने किरपा ही इन्नी हो जाती है। हाँ जी, आप ही काम पता ही नहीं किमें चलते किमें चलाते हैं, ऐटोमैटिक हो जाते सोते सीधे अपने आप ही। जिवें बाणी जी लै गया ना, धना गोपाल तेरा आरता, जो जन तुमरी भगत करंते तिनके काज सवारता। पर धन्य मूंह बन जाइए ना वो, और मां होंगी धनिया या बीज भी जिहा मोटबाज उधर अलवर का इलाका से धरती च रोड राड़ होंगे, वो राह संत मिल गया, माया भुख लगी है, वो धना वो खिचड़ बना के खिलाया। मां कहती बीजे कहते हाँ बहुत वधिया, कहते जा गेड़ा गूड़ा मारिया, कहते बहुत वधिया जम्मी है। तो मां में शक पई तू घूमता घूमता तो इत्थे कि जाता है, सारा दुआले भी देखिए तो सही, उधर जाटनियां भी काम करदियां, इत्थे आपां हुण प्रेम पटोला बन गए ना सारे, काम करके हाथ ला के राजी ने अपनी रोटी भी आप पका के खाण जोगे नहीं रहा, कपड़े भी दुआ धोवे, पोचा भी दुआ लावे, रोटी भी मूँह च जोगा दुआ पावे। पर गुरु नानक दे घर तां सेवा माता गंगा माता खीवी आप लंगर करते, सेवा खुद पातशाह आप करते, धन गुरु अर्जन साहब। वो जी फिर माता चल गई, उठे देखा तो दुश्मन जां चिबड़ जां तुम्बियां दी बेलां तुम्बे लगे हो, कहते जाया बैठा तू तो कहता मैं बीजिया बहुत वधिया जमी है, आ तो तुम्बे तो चिबड़िया। कहते माता जी देवता लाओ, वो जिले है ना बस बाजरा तो मोट निकल, बाजरा तो मोट, जी मां वो मत्था टेकता जी, मां धन्ने के पैरों च सिर रखन रही है, और धनिया तू मैनू भी धन कर दिता, तेरा ना धना रखा ही धन हो गया, धन ते बैमो नहीं जान जिन ध्यायो हर भरा मेरा, मेरे माथे लागी ले धूर गोबिंद चरणन की। यह गल्लां महापुरखां। सो इस करके महाराज सच्चे पातशाह धन गुरु अर्जन साहब किरपा करन, अंत न पावा देव सवै मन इंद्र महासिव जो करी, हुन वेद ग्रंथ विचार रहियो, हर जाप न छाड़ियो एक करी, मथुरा जन को प्रभु दीन दयाल है, सब संगत श्रेष्ठ न्याल करी। रामदास गुरु जग धारण को, गुर जोत सो अर्जन माहे तरी, अपनी जोत गुरु अर्जन साहब दे विच रख दी। धन गुरु अर्जन सब दी अर्जां सुनते, बेनतियां सुनते। कृष्ण महाराज अर्जन कहता महाराज सारे तुहाडा नाम जपदे, मेरा कोई नाम नहीं लेता। कहते जदों कल गुरु नानक की गद्दी हो ना, पंजवीं जोत का नाम अर्जन, सारा संसार जपूगा, सारा संसार ही सारा संसार जपूगा। धन गुरु अर्जन ततियां तवियां ते बह के रेता पवा के फिर भी शांत, ते आपां डन लो बदे गद्दियां ते भी तड़फी जाने, वो भी चुभते हैं, इन्ने सुर बन गए हैं। पर वो देख लो ततियां रेता पै रहा, तेरा पाना मीठा लागे हर नाम पदार्थ, नानक मंगै। इस करके धन नगरी है गुरु अर्जन साहब की, जिथे उन्होंने चरण पाए, किन्ने इन्हां रस्तियां च लंघे होणगे, किथे किथे महाराज धन गुरु अर्जन साहब। पर जे उन्हों का प्यार मन च पैदा हो, शरधा भगती विश्वास बन जाए, ये तो बख्शा ही बख्शा हो जाए। इस करके इन्ने महाराज अपना जस प्रवान कर। वाहिगुरू जी का खालसा, वाहिगुरू